ਹਾਲੇਲੂਇਆ ਜੈ ਮਸੀਹ ਦੀ ਇੱਕ ਵਾਰੀ ਫੇਰ ਸਾਰੇ ਭੈਣ ਭਰਾਵਾਂ ਨੂੰ ਅਸੀਂ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਵੈਲਕਮ ਕਰਨਾ ਚਾਹੁੰਦੇ ਆ। ਸਾਰੇ ਜਿਹੜੇ ਭੈਣ ਭਰਾ ਰਿਵਾਈਵਲ ਪੰਜਾਬੀ ਚਰਚ ਦੇ ਦੇਖ ਰਹੇ ਹੈਗੇ ਨੇ ਤੇ ਜਿਹੜੇ ਭੈਣ ਭਰਾ ਸਾਨੂੰ ਵਿਜ਼ਿਟ ਕਰ ਰਹੇ ਹੈਗੇ ਨੇ ਬਾਹਰੋਂ ਕਿਤੋਂ ਵੀ ਦੁਨੀਆ ਦੇ ਕਿਸੇ ਵੀ ਕੋਨੇ ਚੋਂ ਦੇਖ ਰਹੇ ਹੈਗੇ ਨੇ, ਅਸੀਂ ਤੁਹਾਡਾ ਵੈਲਕਮ ਕਰਨਾ ਚਾਹੁੰਦੇ ਆ ਤੇ ਪਰਮੇਸ਼ਵਰ ਦਾ ਧੰਨਵਾਦ ਕਰਦੇ ਆ ਤੁਹਾਡੀਆਂ ਜ਼ਿੰਦਗੀਆਂ ਦੇ ਲਈ। ਆਮੇਨ ਹਾਲੇਲੂਇਆ। ਅੱਜ ਦਾ ਜਿਹੜਾ ਵਚਨ ਹੈਗਾ ਆ ਉਸ ਦਾ ਟਾਈਟਲ ਜਿਹੜਾ ਮੈਂ ਦਿੱਤਾ ਹੈਗਾ ਉਹ ਹੈਗਾ ਡੋਂਟ ਬੀ ਡਿਸਟਰੈਕਟਡ। ਕੀ ਮਤਲਬ ਹੈ ਕਿ ਤੁਸੀਂ ਆਪਣਾ ਧਿਆਨ ਇੱਧਰ ਉੱਧਰ ਨਾ ਵੰਡਣ ਦਿਓ। ਜਿਹੜੇ ਚੀਜ਼ ਦੇ ਉੱਤੇ ਤੁਸੀਂ ਫੋਕਸ ਕੀਤਾ ਹੈ, ਜਿਸ ਦੇ ਲਈ ਪਰਮੇਸ਼ਵਰ ਨੇ ਤੁਹਾਨੂੰ ਬੁਲਾਇਆ ਆ, ਤੁਸੀਂ ਉਸ ਤੇ ਆਪਣਾ ਧਿਆਨ ਲੱਗਿਆ ਰਹਿਣ ਦਿਓ ਕਿ ਤੁਹਾਡਾ ਧਿਆਨ ਇੱਧਰ ਉੱਧਰਲੀਆਂ ਚੀਜ਼ਾਂ 'ਚ ਨਾ ਜਾਵੇ। ਮੈਨ ਸੋ ਡੋਂਟ ਬੀ ਡਿਸਟਰੈਕਟਡ। ਇਸ ਤੋਂ ਪਹਿਲਾਂ ਕਿ ਆਪਾਂ ਵਚਨ ਸ਼ੁਰੂ ਕਰੀਏ, ਆਪਾਂ ਇੱਕ ਛੋਟੀ ਜਿਹੀ ਦੁਆ ਦੇ ਨਾਲ ਅੱਜ ਦਾ ਵਚਨ ਸ਼ੁਰੂ ਕਰਾਂਗੇ। ਮੈਨ ਹਾਲੇਲੂਇਆ 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 ਹਾਲੇਲੂਇਆ। ਜਿੱਥੇ ਬੈਠੇ ਆ ਉੱਥੇ ਆਪਣੀ ਅੱਖਾਂ ਬੰਦ ਕਰੀਏ, ਹੱਥ ਚੱਕੀਏ, ਧਿਆਨ ਲਾਈਏ ਉਹ ਸੱਚੇ ਪਰਮੇਸ਼ਵਰ ਵੱਲ ਜਿਸ ਨੇ ਮੁਮਕਿਨ ਕੀਤਾ ਕਿ ਅੱਜ ਦਾ ਦਿਨ ਆਪਾਂ ਦੇਖ ਸਕੇ। ਮੈਨ ਹਾਲੇਲੂਇਆ। ਤੇਰਾ ਹੀ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਵਰ। ਅੱਜ ਦੇ ਦਿਨ ਦਾ ਤੇਰਾ ਧੰਨਵਾਦ ਕਰਦੇ ਆ, ਸਾਡੇ ਇੱਕ ਇੱਕ ਸਾਹ ਦਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਵਰ। ਇਹਨਾਂ ਦਿਨਾਂ ਦੇ ਵਿੱਚ ਪਿਤਾ ਪਰਮੇਸ਼ਵਰ ਅਸੀਂ ਹੋਰ ਇੰਨੀਆਂ ਸਾਹਾਂ ਦੀ ਅਹਿਮੀਅਤ ਨੂੰ ਜਾਣ ਸਕੇ ਆ ਪਿਤਾ ਪਰਮੇਸ਼ਵਰ। ਤੇਰਾ ਹੀ ਧੰਨਵਾਦ ਕਰਦੇ ਆ ਪਰਮੇਸ਼ਵਰ, ਤੇਰੇ ਪਲਾਨ ਦਾ ਜੋ ਸਾਡੀਆਂ ਜ਼ਿੰਦਗੀਆਂ ਤੇ ਆ ਪਰਮੇਸ਼ਵਰ ਧੰਨਵਾਦ ਕਰਦੇ ਆ। ਅੱਜ ਦੇ ਦਿਨ ਦਾ ਧੰਨਵਾਦ ਕਰਦੇ ਆ ਇੱਕ ਵਾਰੀ ਫੇਰ ਕਿ ਤੂੰ ਸਾਨੂੰ ਮੌਕਾ ਦਿੱਤਾ ਕਿ ਅਸੀਂ ਇਕੱਠੇ ਹੋ ਕੇ ਇਸ ਵਚਨ ਦੇ ਨੂੰ ਸਿੱਖ ਸਕੀਏ ਤੇ ਸਿਖਾ ਸਕੀਏ ਪਿਤਾ ਪਰਮੇਸ਼ਵਰ। ਸਾਰੀ ਗਲੋਰੀ ਸਾਰੀ ਮਹਿਮਾ ਅਸੀਂ ਤੈਨੂੰ ਦਿੰਨੇ ਆ ਪਰਮੇਸ਼ਰ। ਹਰ ਇੱਕ ਭੈਣ ਭਰਾ ਨੂੰ ਦੇ ਕੰਨ ਖੋਲ ਪਿਤਾ ਪਰਮੇਸ਼ਰ, ਦਿਲਾਂ ਨੂੰ ਖੋਲ ਦੇ ਅੱਜ ਪਿਤਾ ਪਰਮੇਸ਼ਰ ਕਿ ਇਹ ਜਿਹੜਾ ਬੀਜ ਪਿਤਾ ਪਰਮੇਸ਼ਰ ਜਿਹੜਾ ਬੋਇਆ ਜਾਵੇ ਇਹ ਵੱਡਾ ਫਲ ਲੈ ਕੇ ਆਵੇ ਪਿਤਾ ਪਰਮੇਸ਼ਰ। ਤੇਰਾ ਹੀ ਧੰਨਵਾਦ ਕਰਦੇ ਆ। ਮੇਰੀ ਵੀ ਮਦਦ ਕਰ ਪਰਮੇਸ਼ਰ ਕਿ ਇਹ ਮੈਂ ਵਚਨ ਨੂੰ ਚੰਗੀ ਤਰ੍ਹਾਂ ਡਿਲੀਵਰ ਕਰ ਸਕਾਂ। ਸਾਰਾ ਕੁਝ ਤੇਰੀ ਮਹਿਮਾ ਦੇ ਲਈ, ਤੇਰੀ ਗਲੋਰੀ ਦੇ ਲਈ ਪਿਤਾ ਪਰਮੇਸ਼ਰ। ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੰਗਦੇ ਆ। ਆਮੀਨ 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 ਹਾਲੇਲੂਇਆ ਆਮੇਨ ਹਾਲੇਲੂਇਆ। ਇੱਕ ਵਾਰੀ ਇੱਕ ਰਿਪੋਰਟਰ ਇੱਕ ਵੱਡੇ ਕਰੂਸੇਡ ਦੇ ਵਿੱਚ ਜਾਂਦਾ ਆ ਤੇ ਉਹ ਜਿਹੜਾ ਕਰੂਸੇਡ ਹੁੰਦਾ ਆ ਬਹੁਤ ਹੀ ਕੰਤੀਦਾਦ ਦੇ ਵਿੱਚ ਉੱਥੇ ਲੋਕ ਆਏ ਹੁੰਦੇ ਨੇ ਤੇ ਉਹ ਜਿਹੜੇ ਇਵੈਂਜਲਿਸਟ ਹੁੰਦੇ ਨੇ ਤੇ ਉਹ ਇਵੈਂਜਲਿਸਟ ਨੂੰ ਰਿਪੋਰਟਰ ਨੂੰ ਉਹਨਾਂ ਦੀ ਇੰਟਰਵਿਊ ਲੈਂਦਾ ਆ ਤੇ ਉਹਨਾਂ ਨੂੰ ਪੁੱਛਦਾ ਆ। ਇਹ ਗੱਲ ਹੈਗੀ ਆ ਜਿੱਦਾਂ ਕਹਿ ਲਓ 19ਵੀਂ ਸਦੀ ਦੀ ਬਿਗਨਿੰਗ ਦੀ, ਜਦੋਂ ਪੈਂਟੇਕੋਸਟਲ ਦਾ ਜਿਹੜੀ ਹਵਾ ਆ ਉਹ ਇੰਨੀ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਸੀਗੀ, ਦੁਬਾਰਾ ਰਿਵਾਈਵਲ ਆਇਆ ਹੋਇਆ ਸੀਗਾ ਆਮੇਨ। ਤੇ ਉਹ ਉਸ ਇਵੈਂਜਲਿਸਟ ਨੂੰ ਰਿਪੋਰਟਰ ਪੁੱਛਦਾ ਹੈਗਾ ਕਿ ਤੁਹਾਡੇ ਕਰੂਸੇਡ ਤੇ ਇੰਨਾ ਕੁਛ ਹੁੰਦਾ ਆ, ਤੁਹਾਡੇ ਕਰੂਸੇਡ ਤੇ ਕਿੱਦਾਂ ਲੋਕ ਬਚਾਏ ਜਾਂਦੇ ਨੇ, ਜਿੱਦਾਂ ਗੂੰਗੇ ਠੀਕ ਹੁੰਦੇ ਨੇ, ਲੋਕ ਚੱਲਣ ਲੱਗ ਜਾਂਦੇ ਨੇ, ਵੀਲ ਚੇਅਰਾਂ ਤੋਂ ਉੱਠ ਖੜਦੇ ਨੇ ਤੇ ਇੰਨੀ ਹਵਾ ਪਰਮੇਸ਼ਵਰ ਦੀ ਉਹਦੀ ਹਜ਼ੂਰੀ ਦੀ ਇੰਨੀ ਅਨੋਇੰਟਿੰਗ ਹੁੰਦੀ ਆ। ਇਹ ਸਾਰੇ ਕੁਝ ਦੀ ਤਿਆਰੀ ਤੁਸੀਂ ਕਿੱਦਾਂ ਕਰਦੇ ਹੋ, ਕਿੱਦਾਂ ਤੁਸੀਂ ਤਿਆਰੀ ਕਰਦੇ ਹੋ ਇਸ ਕਰੂਸੇਡ ਦੇ ਲਈ? ਤੇ ਉਸ ਇਵੈਂਜਲਿਸਟ ਨੇ ਸਿਰਫ ਇੱਕੋ ਹੀ ਗੱਲ ਕਹੀ ਕਿ ਅਸੀਂ ਤਿਆਰੀ ਕਰਦੇ ਨਹੀਂਗੇ, ਅਸੀਂ ਤਿਆਰ ਰਹਿੰਦੇ ਆ। ਆਮੇਨ ਹਾਲੇਲੂਇਆ। ਇਹ ਚੀਜ਼ ਨੂੰ ਜੇ ਆਪਾਂ ਸਮਝ ਲਈਏ ਨਾ ਤੇ ਆਪਣੀ ਰੂਹਾਨੀ ਜ਼ਿੰਦਗੀ ਬਦਲ ਸਕਦੀ ਆ ਕੰਪਲੀਟਲੀ। ਕਿ ਜਦੋਂ ਆਪਾਂ ਕੁਝ ਕਰਨਾ ਹੁੰਦਾ ਆ ਤੇ ਜਦੋਂ ਆਪਾਂ ਕਿਸੇ ਨੂੰ ਜਾ ਕੇ ਵਚਨ ਦੱਸਣਾ ਹੁੰਦਾ ਆ ਉਦੋਂ ਆਪਾਂ ਫਟਾਫਟ ਸਾਰੇ ਕੁਝ ਦੀ ਤਿਆਰੀ ਕਰਨ ਲੱਗਦੇ ਆ, ਉਦੋਂ ਦੁਆ ਕਰਨ ਲੱਗਦੇ ਆ, ਉਦੋਂ ਪਰਮੇਸ਼ਰ ਦਾ ਮਸਾ ਮੰਗਣ ਲੱਗਦੇ ਆ। ਪਰ ਜੇ ਆਪਾਂ ਹਮੇਸ਼ਾ ਹੀ ਤਿਆਰ ਰਹੀਏ ਤੇ ਜਦੋਂ ਵੀ ਬੁਲਾਵਾ ਆਵੇ ਆਪਾਂ ਬਸ ਰੈਡੀ ਆ ਤੇ ਆਪਾਂ ਚਲੇ ਜਾਈਏ ਤੇ ਪਰਮੇਸ਼ਰ ਤਾਂ ਆਲਵੇਜ਼ ਰੈਡੀ ਆ ਆਪਣੇ ਕੰਮ ਕਰਨ ਦੇ ਲਈ। ਸਾਰਾ ਕੁਝ ਜੋ ਕੁਝ ਉਹਨਾਂ ਦਿਨਾਂ 'ਚ ਇਵੈਂਜਲਿਸਟ ਦੇ ਨਾਲ ਹੋ ਰਿਹਾ ਸੀ, ਅੱਜ ਵੀ ਜਿਹੜੇ ਵੱਡੇ ਵੱਡੇ ਇਵੈਂਜਲਿਸਟ ਹੈਗੇ ਨੇ ਉਹ ਸਾਰਾ ਕੁਝ ਪਰਮੇਸ਼ਰ ਅੱਜ ਵੀ ਕਰਦਾ ਆ। ਆਮੇਨ। ਪਰਮੇਸ਼ਰ ਕਹਿੰਦਾ ਮੈਂ ਤੁਹਾਤੋਂ ਵੀ ਤੁਸੀਂ ਮੇਰੇ ਤੋਂ ਵੀ ਵੱਡੇ ਵੱਡੇ ਕੰਮ ਕਰੋਗੇ। ਆਮੇਨ ਹਾਲੇਲੂਇਆ। ਤੇ ਆਪਾਂ ਕੀ ਕਰਨਾ ਆ? ਆਪਾਂ ਉਸ ਵੇਲੇ ਤਿਆਰੀ ਨਹੀਂ ਕਰਨ ਲੱਗੀ, ਆਪਾਂ ਤਿਆਰ ਰਹਿਣਾ ਆ। ਆਮੇਨ। ਹਮੇਸ਼ਾ ਤਿਆਰ ਰਹਿਣਾ ਆ ਕਿ ਜਦੋਂ ਬੁਲਾਵਾ ਆਵੇ ਤੇ ਆਪਾਂ ਫਟਾਫਟ ਜਾਈਏ। ਆਮੇਨ ਹਾਲੇਲੂਇਆ। ਅੱਜ ਦੀ ਜਿਹੜੀ ਕਹਾਣੀ ਆ ਇਹ ਇੰਨੀ ਕਾਮਨ, ਇੰਨੀ ਵੈਲ ਨੋਨ ਆ ਕਿ ਜਿਹੜੀ ਸੰਡੇ ਸਕੂਲ ਦਾ ਜਿਹੜਾ ਇੱਕ ਇੱਕ ਬੱਚਾ ਵੀ ਆ ਨਾ ਉਹ ਵੀ ਇਸ ਕਹਾਣੀ ਨੂੰ ਜਾਣਦਾ ਆ। ਤੇ ਜਦੋਂ ਮੈਨੂੰ ਵਚਨ ਸਾਂਝਾ ਕਰਨ ਦਾ ਮੌਕਾ ਮਿਲਦਾ ਹੈਗਾ ਮੈਨੂੰ ਬਹੁਤ ਚੰਗਾ ਲੱਗਦਾ ਹੈ ਕਿ ਮੈਂ ਕਿਸੇ ਵਚਨ ਚੋਂ ਬਾਈਬਲ ਦੀ ਕਿਸੇ ਕਹਾਣੀ ਨੂੰ ਲੈ ਕੇ ਉਸ ਦੇ ਵਿੱਚ ਕੰਮ ਕੀਤਾ। ਮੈਨੂੰ ਬਹੁਤ ਉਹਦੇ ਨਾਲ ਮੈਨੂੰ ਖੁਸ਼ੀ ਵੀ ਮਿਲਦੀ ਆ, ਮਤਲਬ ਵੀ ਬੰਦਾ ਉਸ ਵੇਲੇ ਵਚਨ ਦੇ ਵਿੱਚ ਜੀ ਰਿਹਾ ਹੁੰਦਾ ਆ। ਆਮੇਨ। ਤੇ ਪਰਮੇਸ਼ਵਰ ਦਾ ਧੰਨਵਾਦ ਕਰਦੇ ਆ। ਸੋ ਅੱਜ ਦੀ ਜਿਹੜੀ ਬਾਈਬਲ ਜਿਹੜਾ ਵਚਨ ਹੈਗਾ ਹੈ ਬਾਈਬਲ ਦਾ ਉਹ ਬਹੁਤ ਹੀ ਵੈਲ ਨੋਨ, ਸੰਡੇ ਸਕੂਲ ਦੇ ਬੱਚਿਆਂ ਨੂੰ ਵੀ ਪਤਾ ਹੈਗੀ ਹੈ ਕਹਾਣੀ। ਪਰ ਇਸ ਕਹਾਣੀ ਨੂੰ ਆਪਾਂ ਥੋੜਾ ਜਿਹਾ ਡਿਫਰੈਂਟ ਤਰੀਕੇ ਦੇ ਨਾਲ ਐਤਕੀ ਦੇਖਣ ਜਾ ਰਹੇ ਹੈਗੇ ਆ। ਆਮੇਨ। ਜਿਹੜਾ ਮੋਸਟਲੀ ਫੋਕਲ ਪੁਆਇੰਟ ਹੁੰਦਾ ਆ ਉਹ ਤੋਂ ਹਟ ਕੇ ਥੋੜਾ ਜਿਹਾ ਡਿਫਰੈਂਟ ਫੋਕਲ ਪੁਆਇੰਟ ਆਪਾਂ ਦੇਖਾਂਗੇ ਅੱਜ ਦੇ ਵਚਨ ਦੇ ਵਿੱਚ।
ਤੇ ਆਪਾਂ ਹਮੇਸ਼ਾ ਯਾਦ ਰੱਖੀਏ, ਜਿੱਦਾਂ ਆਪਾਂ ਕਿਹਾ ਆ ਕਿ ਆਪਾਂ ਹਮੇਸ਼ਾ ਹੀ ਰੈਡੀ ਰਹਿਣਾ ਆ, ਤੇ ਆਪਾਂ ਆ ਵੀ ਯਾਦ ਰੱਖੀਏ ਕਿ ਆਪਾਂ ਬੁਲਾਏ ਗਏ ਆ ਤੇ ਆਪਾਂ ਅਨੋਇੰਟ ਕੀਤੇ ਗਏ ਆ ਪਰਮੇਸ਼ਵਰ ਵੱਲੋਂ। we are called and we are anointed by the Lord. Always have that confidence that you know it. Yes, I am called and I am anointed. Amen. ਆਪਣੇ ਨਾਲ ਦੇ ਨੂੰ ਕਹੀਏ, ਹਾਂ ਭਾਈ ਤੂੰ ਬੁਲਾਇਆ ਗਿਆ ਆ, ਤੂੰ ਮਸਾ ਕੀਤਾ ਗਿਆ ਆ ਪਰਮੇਸ਼ਵਰ ਵੱਲੋਂ, ਤਾਂ ਕਰਕੇ ਹਮੇਸ਼ਾ ਤਿਆਰ ਰਹਿ ਉਹ ਵੱਡੇ ਵੱਡੇ ਕੰਮ ਕਰਨ ਦੇ ਲਈ ਜੋ ਪਰਮੇਸ਼ਵਰ ਚਾਹੁੰਦਾ ਆ ਤੇਰੀ ਜ਼ਿੰਦਗੀ ਚੋਂ। ਆਮੇਨ, ਹਾਲੇਲੂਇਆ, ਆਮੇਨ। ਸੋ ਅੱਜ ਦੀ ਕਹਾਣੀ ਹੈਗੀ ਆ ਆਪਣੀ ਪਹਿਲੇ ਸਮੂਏਲ ਦਾ 17ਵਾਂ ਚੈਪਟਰ, ਤੇ ਮੈਂ ਪ੍ਰੀਟੀ ਸ਼ੋਰ ਆ ਕਿ ਹੁਣ ਸਾਰਿਆਂ ਨੂੰ ਆਲਮੋਸਟ ਸਮਝ ਲੱਗ ਗਈ ਹੋਣੀ ਹੈ ਕਿ ਇਹ ਹੈਗੀ ਆ ਦਾਊਦ ਤੇ ਗੋਲਾਇਥ ਦੀ ਕਹਾਣੀ ਜਿਹੜੀ ਹੈਗੀ ਆ, ਉਸ ਦੇ ਵਿੱਚੋਂ ਆਪਾਂ ਦੇਖਾਂਗੇ। ਪਰ ਆਪਾਂ ਸ਼ੁਰੂ ਚੋਂ ਦੇਖਾਂਗੇ, ਮੋਸਟਲੀ ਐਂਡ 'ਚ ਜਾ ਕੇ ਜਿੱਥੇ ਗੋਲਾਇਥ ਦੇ ਦਾਊਦ ਦੀ ਜਿੱਦਾਂ ਕਹਿ ਲਓ ਵੀ ਵੋਰ ਹੋਣ ਲੱਗਦੀ ਆ, ਯੁੱਧ ਹੋਣ ਲੱਗਦਾ ਆ, ਮੋਸਟਲੀ ਉਹਦੇ ਤੇ ਫੋਕਸ ਕੀਤਾ ਜਾਂਦਾ ਹੈ। ਪਰ ਆਪਾਂ ਇਹ 17ਵਾਂ ਚੈਪਟਰ ਸ਼ੁਰੂ ਤੋਂ ਦੇਖਾਂਗੇ। ਸੋ ਤੁਸੀਂ ਪਲੀਜ਼ ਆਪਣੀਆਂ ਬਾਈਬਲਸ ਖੋਲ ਲਓ ਤੇ ਨਾਲ ਦੀ ਨਾਲ, ਕਿਉਂਕਿ ਆਪਾਂ ਕਾਫੀ ਫਟਾਫਟ ਵਰਸਿਸ ਪੜ੍ਹੀ ਜਾਵਾਂਗੇ, ਵਿੱਚੋਂ ਕਈ ਪੜਾਂਗੇ ਕਈ ਨਹੀਂ ਵੀ ਪੜਾਂਗੇ, ਪਰ ਹੋਮਵਰਕ ਹੈਗਾ ਆ ਇੱਕ ਵਾਰੀ ਫੇਰ ਪਹਿਲੇ ਸਮੂਏਲ ਦਾ 17ਵਾਂ ਚੈਪਟਰ ਆਪਾਂ ਸਾਰਾ ਪੜ੍ਹਨਾ ਆ। ਐਸ ਵਚਨ, ਜਦੋਂ ਵਚਨ ਖਤਮ ਹੋ ਜਾਏਗਾ, ਵਚਨ ਤੋਂ ਬਾਅਦ ਘਰੇ ਆਪਾਂ ਇਹ ਸਾਰਾ ਚੈਪਟਰ ਪੜ੍ਹਨਾ ਆ ਡੀਟੇਲ ਦੇ ਵਿੱਚ। ਆਮੇਨ, ਹਾਲੇਲੂਇਆ। ਤੇ ਸ਼ੁਰੂ ਦੇ ਵਿੱਚ ਹੀ ਆਪਾਂ ਦੇਖਦੇ ਹੈਗੇ ਆ ਕਿ ਇਹਦਾ ਬੇਸ ਕੀ ਹੈਗਾ ਆ। ਜਦੋਂ ਪਹਿਲੇ ਸਮੂਏਲ ਦਾ 17ਵਾਂ ਸਾਰਾ ਆਪਾਂ ਇਹਦੇ ਥਰੂ ਦੀ ਜਾਵਾਂਗੇ, ਤੇ ਜਿਹੜਾ ਬੇਸ ਇਹਦਾ ਹੈਗਾ ਆ ਕਿ ਜਿਹੜੇ ਫਲਸਤੀਨ ਦੀਆਂ ਫੌਜਾਂ ਸੀਗੀਆਂ ਤੇ ਇਜ਼ਰਾਈਲੀ ਫੌਜਾਂ ਸੀਗੀਆਂ, ਉਹ ਦੋਨਾਂ ਦਾ ਯੁੱਧ ਹੋਣ ਲੱਗਦਾ ਹੈ, ਉਹ ਦੋਨਾਂ ਦੀ ਲੜਾਈ ਵੋਰ ਹੋਣ ਲੱਗਦਾ ਹੈਗਾ ਹੈ। ਤੇ ਜਿਹੜੇ ਫਲਸਤੀਨ ਦੀਆਂ ਫੌਜਾਂ ਸੀਗੀਆਂ ਉਹ ਏਪੇਸ ਦਮੀਮ ਨਾਂ ਦਾ ਇੱਕ ਨਗਰ ਸੀਗਾ, ਉੱਥੇ ਸਾਰੀਆਂ ਇਕੱਠੀਆਂ ਹੋਈਆਂ ਸੀ। ਦੋ ਪਹਾੜੀਆਂ ਸੀਗੀਆਂ, ਦੋ ਪਹਾੜੀਆਂ ਦੇ ਇੱਕ ਇੱਧਰਲੇ ਪਾਸੇ ਇਕੱਠੇ ਹੋਏ ਨੇ, ਇੱਕ ਇੱਧਰਲੇ ਪਾਸੇ, ਤੇ ਉਹ ਵਿੱਚ ਉਤਰ ਕੇ ਫਿਰ ਯੁੱਧ ਹੋਣਾ ਆ। ਜਿਹੜੀ ਵੈਲੀ ਹੈਗੀ ਆ ਉਹਦੇ ਵਿੱਚ ਯੁੱਧ ਹੋਣਾ ਆ, ਪਰ ਉਹ ਦੂਜੇ ਪਾਸੇ ਸਾਰੇ ਇਕੱਠੇ ਹੋਏ ਨੇ ਜਿਹੜੇ ਫਲਿਸਤੀਆਂ ਦੀ ਜਿਹੜੀ ਫੌਜ ਸੀਗੀ, ਤੇ ਉਹਲੇ ਪਾਸੇ ਇਕੱਠੇ ਹੋਏ ਨੇ ਜਿਹੜੀ ਰਾਜਾ ਸਾਊਲ ਦੀ ਤੇ ਇਜ਼ਰਾਈਲੀਆਂ ਦੀ ਫੌਜ ਸੀਗੀ, ਉਹ ਐਲਾ ਨਾਮ ਦੀ ਘਾਟੀ ਦੇ ਵਿੱਚ ਇਕੱਠੇ ਹੋਏ ਸੀਗੇ। ਆਮੇਨ। ਇਹ ਆਪਾਂ ਬਿਗਨਿੰਗ ਚ 17 ਦਾ ਪਹਿਲੇ ਤੋਂ 3 ਦੇ ਵਿੱਚ ਇਹਦੇ ਬਾਰੇ ਆਪਾਂ ਨੂੰ ਦੱਸਦਾ ਹੈਗਾ ਆ। ਤੇ ਉਸ ਤੋਂ ਬਾਅਦ ਆਪਾਂ ਦੇਖਦੇ ਹੈਗੇ ਆ ਜਿਹੜਾ 17 ਵਰਸ ਦਾ ਜਿਹੜਾ ਚੌਥੇ ਤੋਂ 7ਵੇਂ ਤੱਕ ਆਪਾਂ ਦੇਖਦੇ ਹੈਗੇ ਆ, ਪਰ ਜਿਹੜਾ ਚੌਥਾ ਵਰਸ ਹੈਗਾ ਆ ਉਸ ਨੂੰ ਆਪਾਂ ਪੜਾਂਗੇ। ਆਮੇਨ। सो पहले समूएल दा 17:4 कहता है, फलिश्तियों में एक गोलियत नाम का अजय योद्धा था। गोलियत गत का था। गोलियत लगभग 9 फीट ऊंचा था। गोलियत फलिश्ती डेरे से बाहर आया। मैं ते देख रहे हैं वो जड़ा एक जायंट 9 फुट ਦਾ ਆਦਮੀ, ਐਡਾ ਵੱਡਾ ਜਾਇੰਟ ਜਿਹੜਾ ਸੀਗਾ, ਉਹ ਉਹਨਾਂ ਦੀ ਸੈਨਾ ਦਾ ਹਿੱਸਾ ਸੀਗਾ। ਤੇ ਉਹ ਆਪਣੀ ਜਿਹੜੀ ਘਾਟੀ ਤੋਂ ਬਾਹਰ ਨਿਕਲਦਾ ਆ, ਮੂਰ ਨੂੰ ਆਉਂਦਾ ਆ, ਤੇ ਆ ਕੇ ਕੀ ਕਰਦਾ ਹੈਗਾ। ਤੇ ਉਹਨੂੰ ਜਦੋਂ ਆਪਾਂ ਉਹਦੀ ਦੇਖਦੇ ਹੀ ਹੈਗੇ ਆ, ਇਹ 4 ਆਪਾਂ ਪੜ੍ਹਿਆ, ਉਸ ਤੋਂ ਬਾਅਦ ਜੇ ਆਪਾਂ 5 6 7 ਪੜ੍ਹੀਏ ਤਾਂ ਆਪਾਂ ਨੂੰ ਪਤਾ ਲੱਗਦਾ ਆ ਕਿ ਉਹਦੀ ਸਾਰਾ ਕੁਝ ਉਹਨੇ, ਇੱਕ ਤਾਂ ਐਡਾ ਵੱਡਾ ਬੰਦਾ, ਉੱਤੋਂ ਦੀ ਉਹਨੇ ਜੋ ਸਭ ਅਸਤਰ ਵਸਤਰ ਕੀ ਉਹਨੇ ਸਾਰੇ ਪਾਏ ਹੋਏ, ਉਹਦੀ ਆਰਮਰ ਜਿਹੜੀ ਉਹਨੇ, ਟੋਪੀ ਅੱਗੇ ਪਿੱਛੇ ਬਾਹਾਂ ਤੇ ਕਿਰਪਾਨ ਹੱਥ ਦੇ ਵਿੱਚ ਫੜੀ ਹੋਈ, ਤਲਵਾਰ ਹੱਥ ਦੇ ਵਿੱਚ ਫੜੀ ਹੋਈ, ਉਹ ਸਾਰਾ ਕੁਝ ਮਤਲਬ ਵੀ ਉਹ ਵਿਸਤਾਰ ਦੇ ਵਿੱਚ ਦੱਸਦਾ ਆ ਕਿ ਉਹ ਜਿੱਦਾਂ ਕਹਿ ਲਓ ਵੀ ਦੇਖ ਕੇ ਇੰਨਾ ਪਾਵਰਫੁਲ ਬੰਦਾ ਵੀ ਕੋਈ ਵੀ ਉਹਦੇ ਮੂਹਰੇ ਖੜਾ ਨਾ ਰਹਿ ਸਕੇ ਤੇ ਡਰ ਜਾਵੇ। ਆਮੇਨ, ਹਾਲੇਲੂਇਆ। ਉਸ ਤੋਂ ਬਾਅਦ ਆਪਾਂ ਵਚਨ ਦੇ ਵਿੱਚ ਦੇਖਦੇ ਹੈਗੇ ਆ 17 ਦਾ 8ਵੇਂ ਦੇ ਵਿੱਚ ਲਿਖਿਆ ਹੈਗਾ ਆ ਕਿ ਉਹਦੇ दूसरे हिस्से च लिखा है, इसलिए किसी एक व्यक्ति को चुनो और उसे मुझसे लड़ने को भेजो। वो मूरे आके ललकारा दिंदा आ कि साउल दी सेना, वो सारे ਜਿਹੜੇ ਲੀਡਰਸ ਖੜੇ ਹੁੰਦੇ ਨੇ ਮੂਰੇ, ਉਹਨਾਂ ਨੂੰ ਲਲਕਾਰਾ ਦਿੰਦਾ ਆ, ਸਾਊਲ ਦੀ ਸੈਨਾ ਤੁਸੀਂ ਆਪਣਿਆਂ ਚੋਂ ਇੱਕ ਇਹੋ ਜਿਹੇ ਬੰਦੇ ਨੂੰ ਚੁਣੋ ਤੇ ਉਹਨੂੰ ਭੇਜੋ ਤਾਂ ਕਰਕੇ ਉਹ ਮੇਰੇ ਨਾਲ ਲੜ ਸਕੇ, ਹੈ ਨਾ। ਤੇ ਉਹ ਜਿਹੜਾ ਲਲਕਾਰਾ ਹੈਗਾ ਆ, ਉਹ ਸਾਰੇ ਜਿਹੜੇ ਹੁੰਦੇ
ਹੁੰਦੇ ਨੇ ਉੱਥੇ ਖੜੇ, ਉਹ ਸੁਣ ਰਹੇ ਨੇ ਤੇ ਉਹ ਦੇਖ ਰਹੇ ਨੇ ਉਹਦੇ ਵੱਲ। 9 ਫੁੱਟ ਦਾ ਬੰਦਾ, ਐਡਾ ਵੱਡਾ ਬੰਦਾ, ਉਹਦੇ ਨਾਲ ਲੜਨਾ ਕਿਨੇ ਆ, ਹੈ ਨਾ। ਤੇ ਉਹ ਕੀ ਕਹਿੰਦਾ ਹੈ, ਉਹ ਕਹਿੰਦਾ ਵੀ ਜੇ ਤਾਂ ਤੁਹਾਡੇ ਚੋਂ ਕੋਈ ਜਿੱਤ ਗਿਆ, ਹੈ ਨਾ, ਜਿਹੜਾ ਵੀ ਕਿਸੇ ਬੰਦੇ ਨੂੰ ਤੁਸੀਂ ਭੇਜੋਗੇ ਮੇਰੇ ਨਾਲ ਲੜਾਈ ਕਰਨ ਦੇ ਲਈ, ਯੁੱਧ ਕਰਨ ਦੇ ਲਈ, ਜੇ ਉਹ ਜਿੱਤ ਗਿਆ ਤੇ ਅਸੀਂ ਜਿਹੜੇ ਸਾਰੀ ਸੈਨਾ ਸਾਡੀ, ਅਸੀਂ ਸਾਰੇ ਜਿਹੜੇ ਹੈਗੇ ਆ, ਅਸੀਂ ਤੁਹਾਡੇ ਗੁਲਾਮ ਬਣ ਜਾਵਾਂਗੇ, ਹੈ ਨਾ। ਪਰ ਜੇ ਮੈਂ ਜਿੱਤ ਗਿਆ ਤੇ ਤੁਸੀਂ ਤੇ ਤੁਹਾਡੀ ਸਾਰੀ ਸੈਨਾ ਤੇ ਤੁਹਾਡਾ ਸਾਰਾ ਜਿੰਨਾ ਵੀ ਰਾਜਪਾਲ ਹੈਗਾ ਆ, ਤੁਸੀਂ ਸਾਰੇ ਸਾਡੇ ਗੁਲਾਮ ਬਣ ਜਾਵੋਗੇ। ਤੇ ਉਹ ਲਲਕਾਰ ਰਿਹਾ ਹੈਗਾ, ਖੁੱਲਾ ਸੱਦਾ ਦੇ ਰਿਹਾ ਹੈਗਾ, ਇਨਵੀਟੇਸ਼ਨ, ਓਪਨ ਇਨਵੀਟੇਸ਼ਨ ਦੇ ਰਿਹਾ ਹੈਗਾ ਵੀ ਆਓ, ਆ ਕੇ ਕੋਈ ਮੇਰੇ ਨਾਲ ਲੜੋ, ਹੈ ਨਾ। ਉਹ ਇੱਕ ਬੰਦੇ ਨੂੰ ਪੁੱਛ ਰਿਹਾ ਹੈਗਾ ਵੀ ਜਿਹੜਾ ਇੱਕ ਬੰਦਾ ਤੁਸੀਂ ਚੁਣੋ। ਆਪਾਂ ਨੂੰ ਪਤਾ ਹੈ ਕਿ ਆਪਾਂ ਉਹ ਇੱਕ ਬੰਦਾ ਹੈ, ਤੁਹਾਨੂੰ ਪਤਾ ਹੈ ਕਿ ਆਪਾਂ ਉਹ ਇਜ਼ਰਾਈਲ ਦੇ, ਆਪਾਂ ਪਰਮੇਸ਼ਵਰ ਦੇ ਚੁਣੇ ਹੋਏ ਲੋਕ ਹੈਗੇ ਆ। ਆਪਾਂ ਉਹ ਇੱਕ ਬੰਦਾ ਹੈਗੇ ਆ ਜਿਹਨੂੰ ਪਰਮੇਸ਼ਵਰ ਨੇ ਚੁਣਿਆ ਆ ਕਿ ਜਦੋਂ ਸ਼ੈਤਾਨ ਆਪਾਂ ਨੂੰ ਲਲਕਾਰਦਾ ਆ, ਆਪਾਂ ਉਹਦੇ ਸਾਹਮਣੇ ਜਾ ਕੇ ਖੜੇ ਹੋ ਸਕਦੇ ਆ ਤੇ ਆਪਾਂ ਲੜ ਸਕਦੇ ਆ ਉਸ ਦੇ ਵਿਰੁੱਧ। ਕਿਉਂਕਿ ਪਰਮੇਸ਼ਵਰ ਸਾਡੇ ਵੱਲ ਦਾ ਹੈ, ਜਿਹਦੇ ਵੱਲ ਦਾ ਪਰਮੇਸ਼ਵਰ ਆ ਉਹਦੇ ਖਿਲਾਫ ਕੋਈ ਨਹੀਂ ਖੜਾ ਹੋ ਸਕਦਾ। ਆਮੇਨ, ਹਾਲੇਲੂਇਆ। ਤੇ ਜਦੋਂ ਉਹਨੇ ਲਲਕਾਰਾ ਮਾਰਿਆ ਇਹ ਕਿ ਭੇਜੋ ਇੱਕ ਬੰਦੇ ਨੂੰ ਤੇ ਤੁਸੀਂ ਆਓ ਤੇ ਮੈਂ ਲੜੂੰਗਾ ਤੇ ਸਾਰੇ ਜਿੱਤ ਗਏ ਜੇ ਤੁਸੀਂ, ਤਾਂ ਅਸੀਂ ਸਾਰੇ ਤੁਹਾਡੇ ਗੁਲਾਮ ਬਣ ਜਾਵਾਂਗੇ। ਤੇ ਆਮ ਸ਼ੋਰ ਕਿ ਉਹ ਤਾਂ ਸਾਰੀ ਇਜ਼ਰਾਈਲ ਦੀ ਸੈਨਾ ਸੀਗੀ, ਪਰਮੇਸ਼ਵਰ ਦੇ ਬੰਦੇ ਸੀਗੇ, ਹੈ ਨਾ। ਤੇ ਉਹ ਤਾਂ ਉਸ ਵੇਲੇ ਸ਼ੋਰਲੀ ਕਹਿ ਰਹੇ ਹੋਣਗੇ ਮੈਂ ਜਾਊਂਗਾ, ਨਹੀਂ ਮੈਂ ਜਾਊਂਗਾ, ਨਹੀਂ ਮੈਨੂੰ ਭੇਜੋ, ਮੈਨੂੰ ਭੇਜੋ। ਲੜ ਰਹੇ ਹੋਣਗੇ ਇੱਕ ਦੂਜੇ ਨਾਲ ਵੀ ਨਹੀਂ ਮੈਂ ਜਾਊਂਗਾ, ਮੈਂ ਜਾਊਂਗਾ, ਹੈ ਨਾ। ਅਨਫੋਰਚੂਨੇਟਲੀ ਨੋ, ਕਿ ਉਸ ਵੇਲੇ ਉਹ ਲੜਨ ਦੀ ਥਾਂ ਤੇ ਉਹ ਪਿੱਛੇ ਨੂੰ ਭੱਜ ਰਹੇ ਸੀਗੇ ਡਰ ਦੇ ਮਾਰੇ। ਉਹ ਸੈਨਾ ਸਾਊਲ ਦੀ, ਰਾਜਾ ਸਾਊਲ ਦੀ ਸੈਨਾ ਜਿਹੜੀ ਹੈਗੀ ਆ, ਉਹ ਪਿੱਛੇ ਨੂੰ ਡਰਦੇ ਮਾਰੇ ਭੱਜ ਰਹੀ ਸੀ। ਇੱਕ ਵੀ ਜਾਣਾ ਮੂਰੇ ਨਹੀਂ ਸੀ ਹੋ ਰਿਹਾ ਕਿ ਉਸ ਬੰਦੇ ਦੇ ਨਾਲ, ਉਹਦੇ ਲਲਕਾਰੇ ਦੇ ਮੂਰੇ ਖੜਾ ਹੋ ਸਕੇ ਤੇ ਲੜ ਸਕੇ। 11 ਦੇ ਵਿੱਚ ਕਹਿੰਦਾ ਆ, शाऊल और इस्राएली सेनाओं ने जो गोलियत ने कहा था उसे सुना और वे बहुत भयभीत हो उठे। ਉਹ ਡਰ ਗਏ, ਉਹਨਾਂ ਨੂੰ ਪਤਾ ਨਾ ਲੱਗੇ ਵੀ ਹੁਣ ਅਸੀਂ ਕਰੀਏ ਕੀ, ਤੇ ਕਿਸੇ ਦੀ ਹਿੰਮਤ ਨਾ ਹੋਈ ਉਸ ਦੇ ਮੂਹਰੇ ਜਾ ਕੇ ਲੜਨ ਦੀ। ਤੇ ਇਹ ਜਿਹੜੀ ਕਹਾਣੀ ਹੈਗੀ ਆ, ਇਹ ਕਹਾਣੀ ਸਿਰਫ ਉਹਨਾਂ ਦਿਨਾਂ ਦੀ ਨਹੀਂਗੀ, ਇਹ ਕਹਾਣੀ ਅੱਜ ਦੀ ਵੀ ਕਹਾਣੀ ਹੈਗੀ ਆ। ਇਹ ਕਹਾਣੀ ਆਪਣੀ ਵੀ ਕਹਾਣੀ ਹੈ, ਇਹ ਕਹਾਣੀ ਤੁਹਾਡੀ ਤੇ ਮੇਰੀ ਵੀ ਕਹਾਣੀ ਹੈ। ਅੱਜ ਵੀ ਉਹ ਜਿਹੜਾ ਗੋਲੀਅਤ ਹੈਗਾ ਆ, ਗੋਲਾਇਤ ਹੈਗਾ ਆ, ਉਹ ਸਾਨੂੰ ਲਲਕਾਰ ਰਿਹਾ ਆ। ਅੱਜ ਵੀ ਇਹ ਯੁੱਧ ਜਾਰੀ ਹੈਗਾ ਆ। ਅੱਜ ਵੀ ਗੋਲੀਅਤ ਦੇ ਲਲਕਾਰੇ ਤੇ ਆਪਾਂ ਡਰ ਜਾਂਦੇ ਆ। ਅੱਜ ਵੀ ਉਹ ਗੋਲੀਅਤ, ਆਪਣਾ ਗੋਲੀਅਤ ਕੌਣ ਆ? ਸ਼ੈਤਾਨ। ਜਿਹੜਾ ਅੱਜ ਵੀ ਆਪਾਂ ਨੂੰ ਟੈਂਪਟੇਸ਼ਨ ਦੇ ਵਿੱਚ ਸਿੱਟਣ ਦੀ ਕੋਸ਼ਿਸ਼ ਕਰਦਾ ਹੈ, ਆਪਾਂ ਨੂੰ ਗੁੱਸੇ ਦੇ ਵਿੱਚ, ਜੈਲਸੀ ਦੇ ਵਿੱਚ, ਐਡਿਕਸ਼ਨਾਂ ਦੇ ਵਿੱਚ, ਪਾਪ ਦੇ ਵਿੱਚ ਸਿੱਟਣ ਦੀ ਕੋਸ਼ਿਸ਼ ਕਰਦਾ ਤੇ ਆਪਾਂ ਨੂੰ ਫਸਾ ਲੈਂਦਾ ਆ ਕਿਸੇ ਤਰੀਕੇ ਦੇ ਨਾਲ, ਆਪਣੀਆਂ ਗੱਲਾਂ ਦੇ ਨਾਲ, ਆਪਣੀਆਂ ਚਾਲਾਂ ਦੇ ਨਾਲ ਉਹ ਆਪਾਂ ਨੂੰ ਫਸਾ ਲੈਂਦਾ ਆ। ਪਰ ਆਪਾਂ ਇੱਕ ਚੀਜ਼ ਕਦੇ ਨਾ ਭੁੱਲੀਏ ਕਿ ਅੱਜ ਵੀ ਆਪਾਂ ਪਰਮੇਸ਼ਵਰ ਦੀ ਸੈਨਾ ਹਾਂ। ਅੱਜ ਵੀ ਆਪਾਂ ਉਹ ਪਰਮੇਸ਼ਵਰ ਜਿਸ ਨੇ ਜ਼ਮੀਨ ਤੇ ਧਰਤੀ ਬਣਾਏ ਨੇ, ਜਿਨ੍ਹਾਂ ਨੇ ਸਾਡੇ ਅੰਦਰ ਸਾਹ ਫੂਕੇ ਨੇ, ਅੱਜ ਵੀ ਆਪਾਂ ਉਸ ਪਰਮੇਸ਼ਵਰ ਦੀ ਸੈਨਾ ਆ। ਤੇ ਅੱਜ ਵੀ ਪਰਮੇਸ਼ਵਰ ਆਪਾਂ ਨੂੰ ਕਹਿੰਦਾ ਆ, ਨਾ ਡਰ, ਮੈਂ ਤੇਰੇ ਨਾਲ ਆ। ਅੱਜ ਵੀ ਪਰਮੇਸ਼ਵਰ ਆਪਾਂ ਨੂੰ ਕਹਿੰਦਾ ਆ, ਭਾਵੇਂ ਤੂੰ ਡੂੰਘਿਆਂ ਪਾਣੀਆਂ ਥਾਈਂ ਦੀ ਜਾਵੇਂ, ਮੈਂ ਤੇਰੇ ਨਾਲ ਹੋਊਂਗਾ। ਪਰਮੇਸ਼ਵਰ ਅੱਜ ਵੀ ਆਪਾਂ ਨੂੰ ਕਹਿੰਦਾ ਆ, ਭਾਵੇਂ ਤੂੰ ਅੱਗ ਥਾਈਂ ਦੀ ਗੁਜ਼ਰੇ, ਮੈਂ ਤੇਰੇ ਨਾਲ ਹੋਊਂਗਾ। ਪਰਮੇਸ਼ਵਰ ਅੱਜ ਵੀ ਆਪਾਂ ਨੂੰ ਕਹਿੰਦਾ ਹੈ, ਭਾਵੇਂ ਤੂੰ ਮੌਤ ਦੀ ਵਾਦੀ ਥਾਈਂ ਦੀ ਹੋ ਕੇ ਨਿਕਲੇ, ਮੈਂ ਤੇਰੇ ਨਾਲ ਹੋਊਂਗਾ। ਹਾਲੇਲੂਇਆ। ਪਰਮੇਸ਼ਵਰ ਦਾ ਧੰਨਵਾਦ ਕਰਦੇ ਆ। ਉਸ ਗੋਲੀਅਤ ਜਿਹੜਾ ਉਹ ਹੈਗਾ ਆ, ਉਹ ਕੁਛ ਨਹੀਂਗਾ ਆਪਣੇ ਪਰਮੇਸ਼ਵਰ ਦੇ ਸਾਹਮਣੇ। ਆਮੇਨ, ਹਾਲੇਲੂਇਆ। ਇਹ ਟੈਂਪਟੇਸ਼ਨਸ, ਇਹ ਪਾਪ ਕੁਛ ਨਹੀਂਗੇ। ਜੇ ਆਪਾਂ ਮੱਥ ਲਈਏ, ਜੇ ਆਪਾਂ ਖੜ ਜਾਈਏ, ਤਾਂ ਉਹ ਆਪਣਾ ਕੁਛ ਨਹੀਂ ਵਿਗਾੜ ਸਕਦਾ। ਆਮੇਨ। ਜਿੱਦਾਂ ਇੱਕ ਵਾਰੀ ਇੱਕ ਛੋਟੀ ਜੀ ਕਹਾਣੀ ਦੇ ਵਿੱਚ ਪੜਿਆ ਸੀਗਾ, ਜਦੋਂ ਜਿਹੜੇ ਪਾਸਟਰ ਸਮਿਥ ਵਿਗਲਸਵਰਥ ਸੀਗੇ, ਉਹ ਕਹਿੰਦੇ ਵੀ ਮੈਂ ਸੁੱਤਾ ਪਿਆ ਸੀਗਾ ਤੇ ਆਲ ਦਾ ਸਡਨ ਮੈਨੂੰ ਇਦਾਂ ਫੀਲ ਹੋਇਆ ਕਿ ਮੇਰੇ ਪੈਰਾਂ ਨਾਲ ਰਾਤ ਨੂੰ ਆਏ ਵੀ ਮੇਰੇ ਪੈਰਾਂ ਨਾਲ ਕੋਈ ਹਲਚਲ ਫੀਲ ਹੋਈ। ਮੈਨੂੰ ਕਹਿੰਦੇ ਮੇਰੇ ਨਾਲ ਫੀਲ ਜਿਹਾ ਹੋਇਆ ਵੀ ਕੁਛ ਹੈ, ਜਿੱਦਾਂ ਨਾ ਰੂਹਾਨੀ
ਰੂਹਾਨੀ ਤੌਰ ਤੇ ਫੀਲ ਹੋਇਆ ਉਹਨਾਂ ਨੂੰ, ਤੇ ਉਹਨਾਂ ਨੇ ਅੱਖ ਖੋਲੀ ਜਿੱਦਾਂ ਕਹਿ ਲਓ, ਤੇ ਉਹਨਾਂ ਨੂੰ ਇੱਕਦਮ ਸ਼ੈਤਾਨ ਉਹਨਾਂ ਦੇ ਪੈਰਾਂ ਦੇ ਕੋਲੇ ਖੜਾ ਨਜ਼ਰ ਆਇਆ, ਹੈ ਨਾ। ਤੇ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਆਪਣਾ ਪਾਸਾ ਪਲਟਿਆ, ਰਜਾਈ ਉੱਪਰ ਨੂੰ ਲਿੱਤੀ ਤੇ ਇੱਧਰ ਨੂੰ ਸੌਂ ਗਏ। ਕਹਿੰਦੇ ਉਹ ਇਹ ਤਾਂ ਸਿਰਫ ਸ਼ੈਤਾਨ ਹੀ ਆ, ਹੈ ਨਾ। ਜੇ ਆਪਾਂ ਵੀ ਚਾਹੀਏ ਤਾਂ ਆਪਾਂ ਵੀ ਸ਼ੈਤਾਨ ਨੂੰ ਜਿੱਦਾਂ ਕਹਿ ਲਓ ਵੀ ਨੋਬਡੀ ਦਾ ਕਰਾਰ ਦੇ ਸਕਦੇ ਆ, ਪਰ ਆਪਾਂ ਨੂੰ ਹਿੰਮਤ ਕਰਨੀ ਪੈਣੀ ਆ। ਆਪਾਂ ਕਈ ਵਾਰੀ ਡਿਸਟਰੈਕਟ ਹੋ ਜਾਂਦੇ ਆ, ਆਪਣੇ ਅੰਦਰ ਕਈ ਵਾਰੀ ਡਰ ਵੱਧ ਜਾਂਦਾ ਆ, ਜਾਂ ਐਡਿਕਸ਼ਨ ਪਾਪ ਦੇ ਵਿੱਚ ਜਦੋਂ ਆਪਾਂ ਡਿੱਗ ਪੈਂਦੇ ਆ ਇੱਕ ਵਾਰੀ, ਫਿਰ ਮੁੜਨਾ ਆਪਾਂ ਨੂੰ ਔਖਾ ਹੋ ਜਾਂਦਾ ਆ। ਪਰ ਜੇ ਇੱਕ ਵਾਰੀ ਆਪਾਂ ਮੁੜ ਆਈਏ ਤਾਂ ਜੋ ਪਰਮੇਸ਼ਵਰ ਦੇ ਵਾਅਦੇ ਨੇ ਆਪਣੀ ਜ਼ਿੰਦਗੀ ਦੇ ਉੱਤੇ ਉਹ ਪੂਰੇ ਹੋਣਗੇ। ਤੁਸੀਂ ਲਿਸਟ ਬਣਾਓ, ਤੁਸੀਂ ਲਿਸਟ ਬਣਾਓ, ਪਰਮੇਸ਼ਵਰ ਆਹਾ ਵਾਅਦੇ ਨੇ ਇਹ ਪੂਰੇ ਨਹੀਂ ਹੋ ਰਹੇ ਹਜੇ। ਕਿਉਂ? ਆਪਾਂ ਇੱਕ ਚੀਜ਼ ਨੂੰ ਕੱਟਣਾ ਸ਼ੁਰੂ ਕਰਾਂਗੇ, ਆ ਵੀ ਪੂਰਾ ਹੋ ਗਿਆ, ਆ ਵੀ ਪੂਰਾ ਹੋ ਗਿਆ, ਆ ਵੀ ਪੂਰਾ ਹੋ ਗਿਆ। ਜੇ ਆਪਾਂ ਪਰਮੇਸ਼ਵਰ ਦੇ ਨਾਮ ਦੇ ਵਿੱਚ ਖੜ ਜਾਵਾਂਗੇ ਤਾਂ ਉਹ ਗੋਲੀਅਤ, ਉਹ ਗਲਾਇਤ, ਉਹ ਸ਼ੈਤਾਨ ਆਪਣਾ ਕੁਝ ਨਹੀਂ ਵਿਗਾੜ ਸਕਦਾ, ਆਪਣੀਆਂ ਸੋਚਾਂ ਤੇ ਕੰਟਰੋਲ ਨਹੀਂ ਕਰ ਸਕਦਾ ਉਹ। ਜੇ ਆਪਾਂ ਪਰਮੇਸ਼ਵਰ ਦੇ ਨਾਂ ਦੇ ਵਿੱਚ ਆਪਣੀਆਂ ਸੋਚਾਂ ਨੂੰ ਬੰਨ੍ਹਦੇ ਜਾਈਏ, ਪਰਮੇਸ਼ਵਰ ਤੇਰੀਆਂ ਸੋਚਾਂ, ਸਿਰਫ ਤੇਰੀਆਂ ਸੋਚਾਂ, ਸਿਰਫ ਤੇਰੀਆਂ ਸੋਚਾਂ। ਪਰਮੇਸ਼ਵਰ ਇੱਕ ਵੀ ਸੋਚ ਆ ਜਿਹੜੀ ਜਦੋਂ ਬਾਹਰੋਂ ਆਉਂਦੀ ਆ ਨਹੀਂ ਕਹਿ ਸਕਦੇ ਕਿ ਨਹੀਂ ਆਉਂਦੀ, ਕਿ ਉਹ ਅਸੀਂ ਬਹੁਤ ਤਕੜੇ ਹੋ ਗਏ, ਨਹੀਂ ਆਉਂਦੀ। ਨੋ, ਆਉਂਦੀ ਆ, ਪਰ ਉਸੇ ਵੇਲੇ ਯਿਸੂ ਮਸੀਹ ਜੀ ਦੇ ਨਾਂ ਦੇ ਵਿੱਚ ਉਹਨੂੰ ਝਿੜਕੋ, ਉਹਨੂੰ ਘੂਰੋ ਤੇ ਉਹਨੂੰ ਕੱਢ ਬਾਹਰ ਮਾਰੋ ਉਸ ਸੋਚ ਨੂੰ। ਉਸ ਵੇਲੇ ਕੋਈ ਇਹੋ ਜਿਹਾ ਕਦਮ ਨਾ ਚੱਕੋ ਜੋ ਉਹ ਸੋਚ ਦੇ ਬਦੌਲਤ ਤੁਸੀਂ ਕਦਮ ਚੱਕ ਰਹੇ ਹੋ, ਹੈ ਨਾ। ਤੇ ਉਸੇ ਵੇਲੇ ਜੇ ਉਹ ਸੋਚ ਨੂੰ ਤੁਸੀਂ ਖਤਮ ਕਰ ਦੋ, ਤੁਸੀਂ ਰੂਹ ਦੇ ਵਿੱਚ, ਬੋਲੀਆਂ ਦੇ ਵਿੱਚ ਦੁਆਵਾਂ ਕਰਨੀਆਂ ਸ਼ੁਰੂ ਕਰੋ, ਕੈਂਸਲ ਕਰੋ ਸਾਰੇ ਸ਼ੈਤਾਨ ਦੇ ਪਲਾਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ, ਆਪਣੇ ਪਰਿਵਾਰ ਦੀਆਂ ਜ਼ਿੰਦਗੀਆਂ ਦੇ ਵਿੱਚ, ਆਪਣੇ ਬੱਚਿਆਂ ਦੀ, ਆਪਣੇ ਘਰਾਣੇ ਦੀ, ਆਪਣੇ ਚਰਚ ਦੀ, ਆਪਣੇ ਸਾਰੇ ਜਿਹੜੇ ਮਸੀਹੀ ਭੈਣ ਭਰਾਵਾਂ ਨੇ ਦੀਆਂ ਜ਼ਿੰਦਗੀਆਂ ਦੇ ਵਿੱਚ ਆਪਾਂ ਕੈਂਸਲ ਕਰਨ ਲੱਗੀਏ। ਸ਼ੈਤਾਨ ਹੁੰਦਾ ਕੌਣ ਆ? ਜਿੱਦਾਂ ਦਾਊਦ ਨੇ ਕਿਹਾ ਵੀ ਉਹ ਹੁੰਦਾ ਕੌਣ ਆ? ਸਾਡੇ ਇਜ਼ਰਾਈਲ ਜਿਹੜਾ ਪਰਮੇਸ਼ਵਰ ਦਾ ਇੱਕ ਜਿੱਦਾਂ ਕਹ ਲਓ ਵੀ ਦੇਸ਼ ਆ, ਪਰਮੇਸ਼ਵਰ ਦਾ, ਇਹ ਸਾਰੇ ਲੋਕ ਪਰਮੇਸ਼ਵਰ ਦੇ ਨੇ, ਬੁਲਾਏ ਗਏ ਨੇ, ਪਰਮੇਸ਼ਵਰ ਨੇ ਇਹ ਕੌਮ ਖੜੀ ਕੀਤੀ ਆ। ਉਹ ਸ਼ੈਤਾਨ, ਉਹ ਗੋਲਾਇਤ ਹੁੰਦਾ ਕੌਣ ਆ? ਉਹਨਾਂ ਦੇ ਖਿਲਾਫ ਲਲਕਾਰਾ ਦੇਣ ਵਾਲਾ। ਆਮੇਨ। ਇਸ ਤੋਂ ਬਾਅਦ ਆਪਾਂ ਅੱਗੇ ਦੇਖ ਰਹੇ ਹੈਗੇ ਆ ਕਿ ਸ਼ਾਉਲ ਨੇ ਉਹ ਸਾਰੇ ਜਿਹੜੇ ਸੀਗੇ ਲੋਕ 11 ਦੇ ਵਿੱਚ ਆਪਾਂ ਦੇਖ ਰਹੇ ਸੀਗੇ, ਉਹ ਭੈਭੀਤ ਹੋ ਗਏ ਤੇ ਉਹ ਡਰ ਦੇ ਮਾਰੇ ਬਾਹਰ ਨੂੰ ਭੱਜਣ ਲੱਗੇ। ਤੇ ਆਪਾਂ ਨੂੰ ਪਤਾ ਹੈ ਜਿਹੜੀ ਅਫੀਸੀਆਂ ਦੀ 6:12 Ephesians 6:12 ਜਿਹੜੀ ਹੈਗੀ ਆ ਵਰਸ, ਉਹ ਪਾਵਰਫੁਲ ਵਰਸ ਹੈਗੀ। ਉਹ ਕਹਿੰਦਾ क्योंकि हमारा संघर्ष मनुष्यों से नहीं है ना, हमारा संघर्ष मनुष्यों से नहीं है बल्कि शासकों, अधिकारियों, इस अंधकार की शक्तियों के खिलाफ है। मैन ਇਹ ਜਿਹੜੀ ਆਪਣੀ ਲੜਾਈ ਹੈਗੀ ਆ, for we wrestle not against flesh and blood but against principalities, against powers, against the rulers of the darkness of this world, against spiritual wickedness in high places. ਹਾਲੇਲੂਇਆ। ਇਹ ਉਹੀ ਫਿਰ ਜਿਹੜਾ ਆਪਣਾ ਅੱਜ ਦਾ ਟਾਈਟਲ ਹੈਗਾ ਉਸ ਨੂੰ ਧਿਆਨ ਦੇ ਵਿੱਚ ਰੱਖੀਏ, don't be distracted। ਆਹ ਜਿਹੜੀ ਆਪਣੀ ਲੜਾਈ ਆ, ਇਹ ਆਪਣੀ ਲੋਕਾਂ ਦੇ ਖਿਲਾਫ ਨਹੀਂਗੀ, ਆਪਣੀਆਂ ਇਹਨਾਂ ਚੀਜ਼ਾਂ ਦੇ ਖਿਲਾਫ ਨਹੀਂਗੀ, ਆਪਣੀਆਂ ਇਹ ਸੋਚਾਂ ਜਿਹੜੀਆਂ ਆਪਾਂ ਨੂੰ ਬੰਨ ਲੈਂਦੀਆਂ ਨੇ। ਆਪਣੀ ਲੜਾਈ ਉਸ ਦੇ ਖਿਲਾਫ ਆ ਜੋ ਰੂਹਾਨੀ ਸ਼ਕਤੀਆਂ ਜਿਹੜੀਆਂ ਇਹ ਸਭ ਕੁਝ ਦੇ ਖਿਲਾਫ ਆਪਣੇ ਉੱਤੇ ਕੰਮ ਕਰ ਰਹੀਆਂ ਨੇ। ਮੈਨ, ਇਹ ਸ਼ੈਤਾਨ ਦੀ ਇੱਕ ਪਲਾਨ ਆ, ਇਹ ਉਹ ਆਪਾਂ ਨੂੰ ਡਿਸਟਰੈਕਟ ਕਰਦਾ ਆ ਜਦੋਂ ਆਪਣਾ ਧਿਆਨ ਇੱਧਰ ਉੱਧਰ ਵੰਡਵਾ ਦਿੰਦਾ ਆ, ਇਸ ਤੋਂ ਕਿ ਆਪਾਂ ਜਾ ਕੇ ਦੂਜਿਆਂ ਨੂੰ ਵਚਨ ਦੱਸੀਏ, ਦੂਜਿਆਂ ਨੂੰ ਆਪਾਂ ਆਪਣੀਆਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਉਲਝੇ ਰਹਿ ਜਾਂਦੇ ਆ। ਤੇ ਇਹੀ ਸ਼ੈਤਾਨ ਚਾਹੁੰਦਾ ਆ ਕਿ ਤੁਸੀਂ ਆਪਣੀਆਂ ਛੋਟੀਆਂ ਛੋਟੀਆਂ ਘਰ ਦੀਆਂ ਛੋਟੀਆਂ ਮੋਟੀਆਂ ਲੜਾਈਆਂ ਜਾਂ ਆਰਗੂਮੈਂਟਸ ਜਾਂ ਐਡਿਕਸ਼ਨ ਜਾਂ ਡਿਸਟਰੈਕਸ਼ਨਸ ਜਾਂ ਪਾਪ ਜਾਂ ਹੋਰ ਚੀਜ਼ਾਂ ਦੇ ਪਿੱਛੇ ਜਾਂ ਪੈਸਾ, ਮਤਲਬ ਇਹੋ ਜਿਹੀਆਂ ਚੀਜ਼ਾਂ ਦੇ ਪਿੱਛੇ ਬੰਦਾ ਫਸਿਆ ਰਹਿ ਜਾਂਦਾ ਆ ਤੇ ਉੱਥੇ ਤੱਕ ਪਹੁੰਚ ਹੀ ਨਹੀਂ ਸਕਦਾ ਜੋ ਵੱਡੇ ਵੱਡੇ ਪਲਾਨਸ ਪਰਮੇਸ਼ਵਰ ਨੇ ਆਪਣੇ ਲਈ ਬਣਾਏ ਹੁੰਦੇ ਨੇ, ਹੈਨਾ। ਤੇ ਆਪਾਂ ਜਿਹੜੀ ਤਿਆਰੀ ਆ ਜਿਹੜੀ ਆਪਣੀ, ਉਹ ਆਪਣੀ ਘਟਦੀ ਜਾਂਦੀ ਆ। ਜਿੱਦਾਂ ਬਿਗਨਿੰਗ ਚ ਆਪਾਂ ਕਿਹਾ, ਉਹ ਇਵੈਂਜਲਿਸਟ ਕਹਿੰਦਾ ਵੀ ਮੈਂ ਹਮੇਸ਼ਾ ਤਿਆਰ ਰਹਿਣਾ ਆ, ਅਸੀਂ ਹਮੇਸ਼ਾ ਤਿਆਰ ਰਹਿੰਦੇ ਆ, ਸਾਨੂੰ ਤਿਆਰ ਹੋਣ ਦੀ ਜ਼ਰੂਰਤ ਨਹੀਂਗੀ। ਤੇ ਉਦੋਂ ਪਰਮੇਸ਼ਵਰ ਦਾ ਹੱਥ ਜਿਹੜਾ ਹੈਗਾ ਆ ਉਹ ਆਪਣੀ ਜ਼ਿੰਦਗੀ ਦੇ ਵਿੱਚ ਨਜ਼ਰ ਆਉਣ ਲੱਗਦਾ ਆ। ਆਮੇਨ, ਹਾਲੇਲੂਇਆ। ਇਸ ਤੋਂ ਬਾਅਦ ਜਿਹੜਾ 17 ਦੀ ਜਿਹੜੀ 12 ਵਰਸ ਹੈਗੀ ਆ, ਉਸ ਦੇ ਵਿੱਚ ਆਪਾਂ ਦੇਖਦੇ ਹੈਗੇ ਆ ਕਿ
ਅੱਗੇ ਜਾ ਕੇ ਦਾਊਦ ਜਿਹੜਾ ਹੈਗਾ ਆ ਉਹ ਜੈਸੀ ਦਾ ਪੁੱਤਰ ਸੀਗਾ, ਹੈ ਨਾ। ਫਿਰ ਉੱਥੇ ਦਾਊਦ ਦੀ ਇੱਕ ਕਹਾਣੀ ਜਿੱਦਾਂ ਕਹਿ ਲਓ ਵੀ ਨਾਲ ਦੀ ਨਾਲ ਸ਼ੁਰੂ ਹੁੰਦੀ ਹੈ, ਤੇ ਦਾਊਦ ਦੂਸਰੇ ਪਾਸੇ, ਹੈ ਨਾ। ਦਾਊਦ ਨਾਮ ਦਾ ਇੱਕ ਨੌਜਵਾਨ ਸੀਗਾ, ਉਹ ਜੈਸੀ ਦਾ ਪੁੱਤਰ ਸੀਗਾ, ਤੇ ਜੈਸੀ ਦੇ 8 ਪੁੱਤਰ ਸੀਗੇ, ਤੇ ਜਿਹੜਾ ਦਾਊਦ ਸੀਗਾ ਇਹ ਸਭ ਤੋਂ ਛੋਟਾ ਸੀਗਾ, ਤੇ 3 ਜਿਹੜੇ ਵੱਡੇ ਪੁੱਤਰ ਸੀਗੇ ਉਹ ਸਾਊਲ ਦੇ ਨਾਲ ਯੁੱਧ ਦੇ ਵਿੱਚ, ਆਹੀ ਯੁੱਧ ਜਿਹਦੀ ਆਪਾਂ ਗੱਲ ਕਰ ਰਹੇ ਹੈਗੇ, ਇਸ ਯੁੱਧ ਦੇ ਵਿੱਚ ਗਏ ਹੋਏ ਸੀਗੇ। ਤੇ ਉੱਤੇ ਜਿਹੜਾ ਸਭ ਤੋਂ ਛੋਟਾ ਸੀਗਾ ਜਿਹੜਾ ਦਾਊਦ ਸੀਗਾ, ਇਹ ਆਪਣੇ ਬਾਪ ਦੀਆਂ ਭੇਡਾਂ ਨੂੰ, ਇਹ 16-17 ਸਾਲ ਦਾ ਹੈ ਨਾ, ਛੋਟਾ ਬੱਚਾ ਕਹਿ ਲਓ, ਤੇ ਇਹ ਆਪਣੇ ਬਾਪ ਦੀਆਂ ਭੇਡਾਂ ਨੂੰ, ਉਹਨੇ ਸ਼ੈਪਰਡ ਸੀਗਾ, ਉਹਨਾਂ ਨੂੰ ਚਰਾਉਂਦਾ ਹੁੰਦਾ ਸੀ ਤੇ ਉਹਦੀ ਮਦਦ ਕਰਦਾ ਸੀਗਾ ਸ਼ੈਪਰਡ ਕਰਨ ਨੂੰ, ਤੇ ਸਾਰੀਆਂ ਭੇਡਾਂ ਨੂੰ ਚਰਾਉਣ ਨੂੰ, ਤੇ ਜੋ ਵੀ ਕੁਝ ਉਹਦਾ ਕਰਦਾ ਉਹ ਕੰਮਕਾਜ ਸੀਗਾ, ਤੇ ਦਾਊਦ ਉਹਦੇ ਵਿੱਚ ਆਪਣੀ ਬਾਪ ਦੀ ਮਦਦ ਕਰਦਾ ਸੀਗਾ। ਉਸ ਤੋਂ ਬਾਅਦ ਜਿਹੜੀ 17 ਔਨਵਰਡਸ, ਇਹ ਮਤਲਬ ਵੀ ਮੈਂ ਕਾਫੀ ਵਰਸਾਂ ਵਿੱਚੋਂ ਸਕਿਪ ਕਰ ਰਹੀ ਹੈਗੀ ਕਿਉਂਕਿ ਫਿਰ ਆਪਣੇ ਕੋਲੇ ਟਾਈਮ ਥੋੜਾ ਹੁੰਦਾ ਹੈ ਨਾ। 17 ਵਰਸ ਤੋਂ ਫਿਰ ਇੱਕ ਵਾਰੀ ਦੱਸ ਦਿੰਦੇ ਆ, ਪਹਿਲੇ ਸੈਮੂਅਲ ਦੀ 17 ਜਿਹੜਾ ਹੈਗਾ ਉਹ ਆਪਾਂ ਪੜ੍ਹ ਰਹੇ ਹੈਗੇ ਆ, ਤੇ ਉਹ 17 ਦੇ ਅੱਗੇ ਜਿਹੜੇ ਹੈਗੇ ਆ ਪਰਮੇਸ਼ਵਰ ਦਾ ਪਲਾਨ ਜਿਹੜਾ ਹੈਗਾ ਉਹ ਅਨਫੋਲਡ ਹੋਣਾ ਸ਼ੁਰੂ ਹੁੰਦਾ ਆ ਦਾਊਦ ਦੀ ਜ਼ਿੰਦਗੀ ਦੇ ਵਿੱਚ ਉੱਥੇ, ਤੇ ਪਰਮੇਸ਼ਵਰ ਦਾ ਪਲਾਨ ਖੁੱਲਣਾ ਸ਼ੁਰੂ ਹੁੰਦਾ ਆ। ਤੇ ਜਿਹੜਾ ਜੈਸੀ ਸੀਗਾ, ਜਿਹੜਾ ਦਾਊਦ ਦਾ ਪਿਓ ਸੀਗਾ, ਉਹ ਇੱਕ ਦਿਨ ਦਾਊਦ ਨੂੰ ਕਹਿੰਦਾ ਆ ਵੀ ਤੂੰ ਇਦਾਂ ਕਰ, ਤੇ ਤੂੰ ਨਾ ਖਾਣੇ ਪੀਣੇ ਦਾ ਸਮਾਨ ਥੋੜਾ ਜਿਹਾ ਇਕੱਠਾ ਕਰ, ਤੇ ਥੋੜਾ ਜਿਹਾ ਚੀਜ਼, ਹੈ ਨਾ, ਪਨੀਰ ਇਕੱਠਾ ਕਰ, ਇਹ ਸਾਰਾ ਕੁਝ ਤੂੰ ਜਾ ਕੇ ਜਿੱਥੇ ਤੇਰੇ ਭਰਾ ਸਾਊਲ ਦੇ ਨਾਲ ਫੌਜਾਂ ਦੇ ਵਿੱਚ ਲੜ ਰਹੇ ਹੈਗੇ ਨੇ ਉੱਥੇ ਲੈ ਕੇ ਜਾ, ਤੇ ਉੱਥੇ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਵੀ ਦੇ, ਤੇ ਜਿਹੜੇ ਉਹਨਾਂ ਦੇ ਲੀਡਰਸ ਹੈਗੇ ਨੇ ਉਹਨਾਂ ਨੂੰ ਵੀ ਪਨੀਰ ਵਗੈਰਾ, ਹੈ ਨਾ, ਉਹ ਸਾਰਾ ਕੁਝ ਉਹਨਾਂ ਨੂੰ ਦੇ, ਤੇ ਉਸ ਤੋਂ ਬਾਅਦ ਆਪਣੇ ਭਰਾਵਾਂ ਦਾ ਪਤਾ ਲੈ ਕੇ ਆ ਵੀ ਉਹ ਕਿੱਦਾਂ ਨੇ, ਉਹਨਾਂ ਦਾ ਕੀ ਹਾਲ ਚਾਲ ਆ, ਹੈ ਨਾ। ਤੇ ਇਹ ਜਿਹੜੀ ਬੜੀ ਇੰਟਰਸਟਿੰਗ ਜੀ ਇੱਕ ਇਹ ਥਾਂ ਹੈਗੀ ਆ, ਇਹ ਕਹਾਣੀ ਦਾ ਮੋੜ ਹੈਗਾ ਆ ਕਿ ਜੇ ਆਪਾਂ ਦੇਖੀਏ ਜਿਹੜਾ ਦਾਊਦ ਸੀਗਾ ਉਹ ਬਹੁਤ ਹੀ ਓਬੀਡੀਐਂਟ ਰਿਹਾ ਉੱਥੇ ਆਪਣੇ ਪਿਤਾ ਨੂੰ, ਹੈ ਨਾ। ਤੇ ਕਿਉਂਕਿ ਜਦੋਂ ਪਿਤਾ ਨੇ ਕਿਹਾ ਤੂੰ ਸਾਰਾ ਕੁਝ ਆਹ ਲੈ ਕੇ ਜਾ, ਤੇ ਉਹਨੇ ਕਿਹਾ ਵੀ ਓਕੇ, ਉਹਨੇ ਸਾਰਾ ਕੁਝ ਆਪਣਾ ਸਮੇਟਿਆ ਹੋਊਗਾ, ਤੇ ਉਹ ਅਗਲੇ ਦਿਨ ਹੀ ਸਵੇਰ ਨੂੰ ਨਿਕਲ ਗਿਆ ਉਹ ਸਾਰਾ ਕੁਝ ਲੈ ਕੇ ਜਾਣ ਦੇ ਲਈ। ਤੇ ਪਰਮੇਸ਼ਰ ਆਪਾਂ ਨੂੰ ਬਰਕਤ ਦਿੰਦਾ ਆ ਜਦੋਂ ਆਪਾਂ ਅਥਾਰਟੀ ਦੇ ਥੱਲੇ ਰਹਿੰਦੇ ਆ, ਜਦੋਂ ਆਪਾਂ ਓਬੀਡੀਐਂਸ ਦੇ ਵਿੱਚ ਰਹਿੰਦੇ ਆ, ਉਦੋਂ ਪਰਮੇਸ਼ਰ ਹਮੇਸ਼ਾ ਆਪਾਂ ਨੂੰ ਬਰਕਤ ਦਿੰਦਾ ਆ। ਤੇ ਉਹੀ ਇੱਥੇ ਵੀ ਹੋਇਆ, ਹੈ ਨਾ। ਪਰ ਜੇ ਦੇਖਿਆ ਜਾਵੇ ਕਿ ਮੈਂ ਤੁਹਾਨੂੰ ਇਹ ਰਿਮਾਈਂਡ ਕਰਨਾ ਚਾਹੁੰਦੀ ਆ, ਉਸ ਵੇਲੇ ਜਦੋਂ ਪਿਓ ਨੇ ਉਹਨੂੰ ਕਿਹਾ ਦਾਊਦ ਨੂੰ ਕਿ ਜਾ ਤੂੰ ਆਪਣੇ ਭਰਾਵਾਂ ਦਾ ਪਤਾ ਲੈ ਕੇ ਆ, ਤੇ ਖਾਣ ਪੀਣ ਦੀਆਂ ਚੀਜ਼ਾਂ ਨਾਲ ਕੇ ਉਹਨੂੰ ਫੜਾ ਕੇ ਆ, ਉਸ ਵੇਲੇ ਉਹ ਇੱਕ ਮਾਮੂਲੀ ਬੱਚਾ ਦਾਊਦ ਨਹੀਂ ਸੀਗਾ, ਹੈ ਨਾ। ਉਸ ਵੇਲੇ ਆਪਾਂ ਥੋੜਾ ਜਿਹਾ ਪਿੱਛੇ ਜਾਂਦੇ ਆ, ਪਹਿਲੇ ਸੈਮੂਅਲ ਦਾ 16 ਦਾ ਪਹਿਲਾ ਵਰਸ ਦੇਖਦੇ ਆ। ਪਹਿਲੇ ਸਮੂਏਲ ਦੀ 16 ਦਾ ਪਹਿਲਾ ਵਰਸ ਦੇਖਦੇ ਹੈਗੇ ਆ। ਉਹ ਕਹਿੰਦਾ ਆ, ਇਹ ਉਦੋਂ ਆ ਜਦੋਂ ਸ਼ੈਮੂਏਲ ਉਸ ਵੇਲੇ ਜੈਸੀ ਦੇ ਕੋਲੇ ਆਇਆ ਸੀਗਾ, ਹੈ ਨਾ। वो कहता है यहोवा ने शमूएल से कहा तुम शाऊल के लिए कब तक दुखी रहोगे, मैंने शाऊल को इजराइल का राजा होना अस्वीकार कर दिया है, अपने सींग तेल से भरो और चल पड़ो, है ना। वो कहता भी हुण शाऊल नूं मैं अस्वीकार करता है क्योंकि उन्हें ओबीडियंस नहीं रहा वो मेरी गल ते, तां करके हुण तू जिहड़ा तेल दा सिंग जिहड़ा हैगा ओनू भर ते भर के किसे होर नूं भी मैं राजा अनोइंट करूंगा, है ना। उस तो बाद वो कहता है मैं तुम्हें यीशु जैसी जरा सीगा बाप दाऊद दा, मैं तुम्हें जैसी नाम के एक व्यक्ति के पास भेज रहा हूँ, जैसी बैतलहम में रहता है, मैंने उसके पुत्रों में से एक को नया राजा चुना है। हालेलुया। ਇਹ ਜਿਹੜੀ ਹੈਗੀ ਆ ਚੈਪਟਰ ਇਹ 16 ਆ, ਚੈਪਟਰ 17 ਆਪਾਂ ਅੱਜ ਦੇਖ ਰਹੇ ਹੈਗੇ ਆ, ਪਰ 16 ਦੇ ਵਿੱਚ ਆਲਰੇਡੀ ਜਿਹੜਾ ਰਾਜ ਸਮੂਏਲ ਨੂੰ ਰਾਜੇ ਪਰਮੇਸ਼ਵਰ ਨੇ ਭੇਜ ਦਿੱਤਾ ਕਿ ਉਹ ਇੱਕ ਪੁੱਤਰ ਨੂੰ ਜੈਸੀ ਦੇ ਨੂੰ ਚੁਣ ਕਿ ਉਹਨੂੰ ਮੈਂ ਨਵਾਂ ਰਾਜਾ ਅਨੋਇੰਟ ਕਰੂੰਗਾ, ਹੈ ਨਾ। ਉਸ ਤੋਂ ਬਾਅਦ ਜੇ ਆਪਾਂ ਦੇਖੀਏ ਜਦੋਂ ਉਹਨੂੰ ਆਲਰੇਡੀ ਦਾਊਦ ਨੂੰ ਆਲਰੇਡੀ ਇਹ ਪਤਾ ਸੀਗਾ ਕਿ ਮਤਲਬ ਵੀ ਆਲਰੇਡੀ ਉਹਦੇ ਨਾਲ ਇਹ ਸਾਰਾ ਕੁਝ ਹੋ ਗਿਆ ਸੀਗਾ। 11 ਤੇ 13 ਆਪਾਂ फटाफट पढ़ लेने हैं। तब शमूएल ने जैसी से पूछा
क्या तुम्हारे सभी पुत्र यही हैं? क्योंकि उन्हें आपके सारे पुत्र बुलाते तो उन्होंने परमेश्वर कही गया नहीं ये भी नहीं गा, ये भी नहीं गा, ये भी नहीं गा, है ना। जस्सी ने उत्तर दिया, नहीं, मेरा सबसे छोटा एक और पुत्र है, किंतु वह भेड़ों की रखवाली कर रहा है। शमूएल ने कहा, उसे बुलाओ, उसे जहां लाओ, हम लोग तब तक खाने नहीं बैठेंगे तब तक जब तक वो आ नहीं जाता। उस तो बाद जेसी ने किसी को भेजा और जाके अपने छोटे पुत्र को बुलाया। यह पुत्र सुंदर और सुनहरे वालों वाला युवक था, जवान, देखਣ ਨੂੰ ਸੋਹਣਾ ਸੀਗਾ, है ना। 13 ਦੇ ਵਿੱਚ ਕਹਿੰਦਾ शमूएल ने तेल से भरी सींग, उस तो पहला 12 ਦੇ ਵਿੱਚ ਕਹਿੰਦਾ ਆ, यहोवा ने शमूएल से कहा, उठो इसको अभिषेक करो, यही है वो, यही आ ਜਿਹਨੂੰ मैं इजराइल ਦਾ ਰਾਜਾ ਬਣਾਉਂਗਾ। ਉਠੋ ਤੇ ਇਹਨੂੰ ਤੇਲ ਦਾ ਜਿਹੜਾ ਤੂੰ ਲੈ ਕੇ ਆਇਆ ਤੇਲ, ਉਹਦੇ ਨਾਲ ਇਹਨੂੰ ਅਨੋਇੰਟ ਕਰ, ਕਿਉਂਕਿ ਇਹੀ ਹੁਣ ਇਜ਼ਰਾਈਲ ਦਾ ਰਾਜਾ ਬਣੂਗਾ। ਇਹ ਆਲਰੇਡੀ ਹੋ ਚੁੱਕਿਆ ਆ ਤੇ ਹੁਣ ਅਗਲੇ ਚੈਪਟਰ ਦੇ ਵਿੱਚ ਆਪਾਂ ਦੇਖ ਰਹੇ ਹੈਗੇ ਆ ਕਿ ਉਹਦਾ ਪਿਓ ਨੂੰ ਹੁਕਮ ਦਿੰਦਾ ਹੈ ਜਾਂ ਉਹਨਾਂ ਨੂੰ ਰੋਟੀਆਂ ਫੜਾ ਕੇ ਆ। ਉਹ ਕਹਿ ਸਕਦਾ ਸੀ, ਐਕਸਕਿਊਜ਼ ਮੀ, what are you talking about ਡੈਡੀ ਜੀ, ਮੈਂ ਇਜ਼ਰਾਈਲ ਦਾ ਰਾਜਾ ਹੋਣ ਵਾਲਾ ਕੀ ਹੋ ਹੀ ਗਿਆ ਆ, ਕਿਉਂਕਿ ਮੈਨੂੰ ਅਨੋਇੰਟ ਕਰ ਦਿੱਤਾ ਹੋਇਆ ਆ ਪਰਮੇਸ਼ਵਰ ਨੇ, ਤੇ ਤੁਸੀਂ ਮੈਨੂੰ ਕਹਿ ਰਹੇ ਹੋ ਤੇ ਮੈਂ ਉਹਨਾਂ ਨੂੰ ਆਪਣੇ ਭਰਾਵਾਂ ਨੂੰ ਜਾ ਕੇ ਰੋਟੀਆਂ ਫੜਾ ਕੇ ਆਵਾਂ ਤੇ ਉਹਨਾਂ ਦਾ ਹਾਲ ਚਾਲ ਪੁੱਛ ਕੇ ਆਵਾਂ, ਹੈ ਨਾ। ਨਹੀਂ, ਹੁਣ ਮੇਰੀ ਜ਼ਿੰਦਗੀ ਡਿਫਰੈਂਟ ਆ, ਹੁਣ ਮੇਰੀ ਜ਼ਿੰਦਗੀ ਬਦਲ ਗਈ ਆ। ਹੁਣ ਮੈਂ ਕੋਈ ਮਾਮੂਲੀ ਛੋਟਾ ਜਿਹਾ ਭੇਡਾਂ ਚਾਰਨ ਵਾਲਾ ਨਹੀਂਗਾ, ਹੁਣ ਮੈਂ ਮਤਲਬ ਵੀ ਰਾਜਾ ਬਣ ਗਿਆ ਆ। ਹੁਣ ਤਾਂ ਉਹਨਾਂ ਨੂੰ ਚਾਹੀਦਾ ਆ ਮੇਰੀ ਸੇਵਾ ਕਰਨ ਤੇ ਤੂੰ ਮੈਨੂੰ ਭੇਜ ਰਿਹਾ ਆ ਵੀ। ਪਰ ਉਹਨੇ ਆ ਸਭ ਕੁਝ ਨਹੀਂ ਕਿਹਾ, ਉਹਨੇ ਓਬੀਡੀਐਂਸ ਦੇ ਵਿੱਚ ਆ ਕੇ ਉਹਨੇ ਕਿਹਾ, ਹਾਂਜੀ ਪਿਤਾ ਜੀ ਮੈਂ ਕੱਲ ਹੀ ਸਵੇਰੇ ਜਾਣਾ ਹੈ। ਉਹਨੇ ਸਮਾਨ ਸਮੂਨ ਇਕੱਠਾ ਕੀਤਾ, ਅਗਲੇ ਦਿਨ ਨੂੰ ਸਵੇਰੇ ਉਹ ਉਧਰ ਨੂੰ ਚਲਿਆ ਗਿਆ। ਹਾਲੇਲੂਇਆ। ਇੱਕ ਵਾਰੀ ਫੇਰ ਆਪਾਂ ਯਾਦ ਕਰਦੇ ਹਾਂ ਕਿ ਆਪਾਂ ਯਾਦ ਰੱਖੀਏ, ਵੀ ਹੈਵ ਟੂ ਸਟੇ ਰੈਡੀ, ਹੈ ਨਾ, ਸਟੇ ਰੈਡੀ, ਕਿਉਂਕਿ ਪਰਮੇਸ਼ਵਰ ਦਾ ਬੁਲਾਵਾ ਆਪਣੇ ਤੇ ਆ। ਪਰਮੇਸ਼ਵਰ ਨੇ ਆਪਾਂ ਨੂੰ ਅਨੋਇੰਟ ਕੀਤਾ ਹੋਇਆ ਆ, ਪਰਮੇਸ਼ਵਰ ਨੇ ਆਪਾਂ ਨੂੰ ਅਨੋਇੰਟ ਕੀਤਾ ਆਪਣੇ ਕੰਮਾਂ ਦੇ ਲਈ, ਤਾਂ ਕਰਕੇ ਜਿਹੜਾ ਪਰਮੇਸ਼ਵਰ ਦਾ ਪਰਪਸ ਆ ਉਹ ਆਪਣੀ ਜ਼ਿੰਦਗੀ ਤੇ ਪੂਰਾ ਹੋ ਸਕੇ। ਜਸਟ ਲਾਈਕ ਦਿਸ ਡੇਵਿਡ ਵਾਸ ਅਨੋਇੰਟਡ ਨਾਓ, ਪਰ ਉਹ ਜਿਹੜੀ ਪਰਮੇਸ਼ਵਰ ਦੀ ਪਲਾਨ ਆ ਉਹ ਹੌਲੀ ਹੌਲੀ ਕਰਕੇ ਖੁੱਲਦੀ ਜਾਂਦੀ ਆ। ਕੀ ਜ਼ਰੂਰਤ ਆ ਕਿ ਆਪਾਂ ਹੰਬਲ ਰਹੀਏ, ਪੇਸ਼ੈਂਟ ਰਹੀਏ, ਵੇਟ ਕਰੀਏ ਉਸ ਸਮੇਂ, ਉਸ ਸਹੀ ਸਮੇਂ ਦੇ ਲਈ, ਉਸ ਸਹੀ ਮੌਕੇ ਦੇ ਲਈ ਜੋ ਪਰਮੇਸ਼ਵਰ ਨੇ ਆਪਣੇ ਲਈ ਨਿਯੁਕਤ ਕੀਤਾ ਹੋਇਆ ਹੈ। ਆਮੇਨ, ਹਾਲੇਲੂਇਆ। ਤੇ ਫਿਰ ਆਪਾਂ ਆਪਣੀ ਸਟੋਰੀ ਦੇ ਵਿੱਚ ਦੇਖਦੇ ਹਾਂਗੇ, ਤੜਕੇ ਸਵੇਰ ਨੂੰ ਉਹ ਸਾਰਾ ਕੁਝ ਇਕੱਠਾ ਕੁੱਠਾ ਕਰਕੇ ਚਲਿਆ ਜਾਂਦਾ ਹੈ, ਉਹ ਭੱਜ ਕੇ ਜਾਂਦਾ ਆ। ਉਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਸਾਰਾ ਕੁਝ ਡੇਰੇ ਤੇ ਦੇ ਦਿੰਦਾ ਹੈ ਜਿਨ੍ਹਾਂ ਨੂੰ ਵੀ ਦੇਣਾ ਹੁੰਦਾ ਆ। ਫਿਰ ਭੱਜ ਕੇ ਜਿਹੜੀ ਲੜਾਈ ਦਾ ਫੀਲਡ ਹੁੰਦਾ ਹੈ ਉਹਦੇ ਵਿੱਚ ਜਾਂਦਾ ਆ ਤੇ ਆਪਣੇ ਭਰਾਵਾਂ ਨੂੰ ਪੁੱਛਦਾ ਆ ਹਾਲ ਚਾਲ, ਉਹਨਾਂ ਦਾ ਹਾਲ ਚਾਲ ਕਰਕੇ ਜਦੋਂ ਹਜੇ ਪੁੱਛ ਰਿਹਾ ਹੁੰਦਾ ਤੇ ਉਹ ਸੁਣਦਾ ਆ ਜਿਹੜੇ ਦੂਸਰੇ ਲੋਕ ਹੁੰਦੇ ਨੇ ਉਹ ਕੋਈ ਗੱਲਾਂ ਜਿਹੀਆਂ ਕਰ ਰਹੇ ਹੁੰਦੇ ਨੇ ਨਾ, ਤੇ ਉਧਰ ਦੂਸਰੇ ਪਾਸੇ ਉਹ ਆਪ ਹੀ ਸੁਣ ਲੈਂਦਾ ਕਿ ਜਿਹੜਾ ਗੋਲੀਅਤ ਹੈਗਾ ਆ ਉਹ ਉਧਰ ਲਲਕਾਰਾ ਦੇ ਰਿਹਾ, ਕੋਈ ਹੈਗਾ ਮੇਰੇ ਨਾਲ ਲੜਨ ਨੂੰ, ਭੇਜੋ ਉਹਨੂੰ ਜੇ ਕੋਈ ਹੈਗਾ ਮੇਰੇ ਨਾਲ ਲੜਨ ਨੂੰ। ਇਹ ਜਿਹੜੀ ਚੀਜ਼ ਹੈ ਨਾ ਗੋਲੀਅਤ ਦਾ ਜਿਹੜਾ ਆਣਾ ਜਾਣਾ ਰੋਜ਼ ਦੀ ਰੋਜ਼, ਇਹ 40 ਦਿਨਾਂ ਤੋਂ ਚੱਲ ਰਿਹਾ ਸੀਗਾ। 40 ਦਿਨਾਂ ਤੋਂ ਉਹ ਆ ਰਿਹਾ ਸੀਗਾ, ਲਲਕਾਰਾ ਦੇ ਰਿਹਾ ਸੀ ਵੀ ਭੇਜੋ ਕਿਸੇ ਬੰਦੇ ਨੂੰ। ਤੇ ਇਹ ਲੋਕ ਜਿਹੜੇ ਸਾਰੇ ਇਜ਼ਰਾਈਲ ਦੀ ਸੈਨਾ ਸੀਗੀ ਇਹ ਡਰ ਰਹੇ ਸੀਗੇ, ਹਨਾ। ਤੇ ਉਸ ਵੇਲੇ ਦਾਊਦ ਨੇ ਉਹਨੂੰ ਵੀ ਸੁਣਿਆ ਬੋਲਦੇ ਨੂੰ, ਤੇ ਉਸ ਤੋਂ ਬਾਅਦ ਜਿਹੜੇ ਹੋਰ ਵੀ ਜਿਹੜੇ ਸੈਨਿਕ ਸੀਗੇ ਉਹ ਹੋਰ ਵੀ ਇੱਧਰ ਉੱਧਰ ਦੀਆਂ ਗੱਲਾਂ ਕਰ ਰਹੇ ਸੀਗੇ ਵੀ ਪਹਿਲੇ ਸਮੂਏਲ ਦੇ 17 ਦੇ 25 ਦੇ ਵਿੱਚ ਆਪਾਂ ਦੇਖਦੇ ਹੈਗੇ ਆ। ਉਹ ਕਹਿੰਦਾ ਆ 25 ਦਾ ਦੂਜਾ ਪਾਰਟ ਦੇਖਦੇ ਹੈਗੇ ਆ, ਜੋ ਕੋਈ ਉਸ ਵਿਅਕਤੀ ਕੋ ਮਾਰ ਦੇਗਾ। ਉਹ ਜਿਹੜੇ ਸੈਨਿਕ ਸੀਗੇ ਉਹ ਆਪਸ ਚ ਗੱਲਾਂ ਕਰ ਰਹੇ ਸੀ ਤੇ ਉਹ ਵੀ ਦਾਊਦ ਨੇ ਸੁਣਿਆ ਉਹ ਕੀ ਗੱਲਾਂ ਕਰ ਰਹੇ ਸੀ। ਉਹ ਕਹਿ ਰਹੇ ਸੀ ਜੋ ਕੋਈ ਉਸ ਵਿਅक्ति को गोलायत ਨੂੰ मार देगा धनी हो जाएगा, राजा शाऊल उसे बहुत धन देगा, शाऊल अपनी पुत्री का विवाह भी उस व्यक्ति से कर देगा जो गोलायत को मारेगा और शाऊल उस व्यक्ति के परिवार को इजराइल में स्वतंत्र कर देगा। वाओ, ਉਸ ਬੰਦੇ ਨੂੰ ਮਾਰਨ ਦੇ ਨਾਲ ਇੰਨੀਆਂ ਬਲੇਸਿੰਗਸ ਮਿਲਣੀਆਂ ਸੀ। ਡੈਵਲ ਨੂੰ ਡਿਫੀਟ ਕਰਨ ਦੇ ਨਾਲ ਆਪਾਂ ਨੂੰ ਇੰਨੀਆਂ ਬਲੇਸਿੰਗਸ ਮਿਲਣੀਆਂ ਨੇ, ਹੈ ਨਾ, ਰੋਜ਼ ਦੀ ਰੋਜ਼। ਪਰ ਆਪਾਂ ਨੂੰ ਇਹ ਕੰਮ ਕਰਨਾ ਪੈਣਾ ਹੈ ਤੇ ਰੋਜ਼ ਦੀ ਰੋਜ਼ ਪਰਮੇਸ਼ਵਰ ਨੇ ਆਪਣੇ ਲਈ ਬਰਕਤਾਂ ਮੁਕਰਰ ਕੀਤੀਆਂ ਹੋਈਆਂ ਨੇ, ਰੱਖੀਆਂ ਹੋਈਆਂ ਨੇ, ਜੋ ਆਪਾਂ ਨੂੰ ਰੋਜ਼ ਦੀ ਰੋਜ਼ ਮਿਲਣਗੀਆਂ। ਰੋਜ਼ ਦੀ ਰੋਜ਼ ਆਪਾਂ ਇਹ ਕੰਮ ਕਰਾਂਗੇ ਤੇ ਆਪਣਾ ਜਿਹੜਾ ਰੈਡੀ ਰਹਿਣ ਦਾ ਜਿਹੜਾ ਪ੍ਰੋਸੈਸ ਆ ਉਹਦੀ ਇੱਕ ਪੌੜੀ ਆਪਾਂ ਹੋਰ ਉੱਪਰ ਚੜ੍ਹਦੇ ਜਾਵਾਂਗੇ। ਮੈਂ
ਤੇ ਇਹ ਆਪਾਂ ਦੇਖਿਆ ਕਿ ਕਿੱਦਾਂ ਉਹ ਸੁਣਦਾ ਆ ਵੀ ਆਹ ਸਾਰਾ ਕੁਝ ਜਿਹੜਾ ਰਾਜਾ ਸਾਊਲ ਹੈਗਾ ਉਹਨੂੰ ਆਹ ਸਾਰਾ ਕੁਝ ਉਸ ਬੰਦੇ ਨੂੰ ਦਊਗਾ ਜਿਹੜਾ ਬੰਦਾ ਉਸ ਗੋਲਾਇਥ ਨੂੰ ਮਾਰ ਦਊਗਾ। ਉਸ ਤੋਂ ਬਾਅਦ ਆਪਾਂ ਦੇਖਦੇ ਹੈਗੇ ਆ 17 ਦਾ 26 ਦਾ 26 ਨੂੰ ਆਪਾਂ ਪੜ੍ਹਦੇ ਹੈਗੇ 26 ਨੂੰ ਆਪਾਂ ਇੰਗਲਿਸ਼ ਪੜ੍ਹਦੇ ਲੈਂਦੇ ਆ। 17 17ਵਾਂ ਦਾ 26ਵਾਂ And David spake to the men that stood by him, saying, What shall be done to the man that killeth this Philistine, and taketh away the reproach from Israel? For who is this uncircumcised Philistine that he should defy the armies of the living God? ਇਹ ਕੌਣ ਹੁੰਦਾ ਆ ਜਿਉਂਦੇ ਜਾਗਦੇ ਪਰਮੇਸ਼ਵਰ ਦੀ ਸੈਨਾ ਨੂੰ ਲਲਕਾਰਨ ਵਾਲਾ? ਇਹ ਉਹ ਕਹਿੰਦਾ ਇਹ ਹੁੰਦਾ ਕੌਣ ਆ? ਇਹ ਜਿਹੜਾ ਬੰਦਾ ਹੈਗਾ ਇਹਦੀ ਹਿੰਮਤ ਕਿੱਦਾਂ ਹੋਈ? ਇਹ ਅਨਸਰਕਮਸਾਈਜ਼ਡ ਫਿਲਿਸਤੀਨ ਜਿਹੜਾ ਹੈਗਾ ਇਹ ਲਲਕਾਰ ਵੀ ਕਿੱਦਾਂ ਸਕਦਾ ਆ ਪਰਮੇਸ਼ਵਰ ਦੀਆਂ ਸੈਨਾਵਾਂ ਨੂੰ? ਤੇ ਇੱਥੇ ਆਪਾਂ ਥੋੜੀ ਜਿਹੀ ਪੇ ਅਟੈਂਸ਼ਨ ਕਰਦੇ ਹੈਗੇ ਆ 28 ਦਾ ਜਿਹੜਾ 17ਵੇਂ ਦਾ ਜਿਹੜਾ 28 ਵਰਸ ਹੈਗੀ ਆ। ਇਹ ਬਹੁਤ ਛੂਈ ਮੈਨੂੰ ਕਿ ਵਾਓ ਸੋ ਟਰੂ। ਅੱਜ ਯਾਦ ਰੱਖੀਏ ਅੱਜ ਦੀ ਜਿਹੜੀ ਆਪਣੀ ਪ੍ਰੀਚਿੰਗ ਹੈਗੀ ਹੈ ਇਹਦਾ ਟਾਈਟਲ ਕੀ ਹੈਗਾ? ਇਹਦਾ ਟਾਈਟਲ ਹੈਗਾ ਡੋਂਟ ਬੀ ਡਿਸਟਰੈਕਟਡ। ਡੋਂਟ ਬੀ ਆਪਣਾ ਧਿਆਨ ਇੱਧਰ ਉੱਧਰ ਵੰਡਣ ਨਾ ਦਿਓ। ਧਿਆਨ ਲਾ ਕੇ ਰੱਖੋ, ਫੋਕਸ ਰੱਖੋ ਜੋ ਪਰਮੇਸ਼ਵਰ ਤੁਹਾਡੀ ਜ਼ਿੰਦਗੀ ਤੋਂ ਚਾਹੁੰਦਾ ਆ। ਆਮੇਨ। ਪਹਿਲੇ ਸਮੂਏਲ ਦੀ 17 ਦਾ 28ਵਾਂ ਆਪਾਂ ਪੜ੍ਹਦੇ ਹੈਗੇ ਆ। ਕਹਿੰਦਾ ਹੈ ਦਾਊਦ ਕੇ ਬੜੇ ਭਾਈ ਐਲੀਆਬ, ਦਾਊਦ ਦਾ ਜਿਹੜਾ ਵੱਡਾ ਭਰਾ ਸੀਗਾ ਐਲੀਆਬ। ਐਲੀਆਬ ਕੌਣ ਸੀਗਾ? ਆਪਣੇ ਨਾਲ ਦੇ ਨੂੰ ਪੁੱਛੋ ਐਲੀਆਬ ਕੌਣ ਸੀਗਾ? ਹਾਂਜੀ ਬਈ ਐਲੀਆਬ ਕੌਣ ਸੀਗਾ? ਦਾਊਦ ਦਾ ਵੱਡਾ ਭਰਾ ਜਿਹੜਾ ਕਿ ਉਸ ਵੇਲੇ ਉਸ ਯੁੱਧ ਦੇ ਵਿੱਚ ਸੀਗਾ ਹੈ ਨਾ। ਉਹ ਜਦੋਂ ਉਹਨੇ ਦੇਖਿਆ ਕਿ ਜਿਹੜਾ ਦਾਊਦ ਹੈਗਾ ਆ ਉਹ ਲੋਕਾਂ ਨੂੰ ਕੀ ਕੁਛ ਵਿੱਚ ਪੁੱਛਦਾ ਫਿਰਦਾ ਆ ਤੇ ਉਹਨੂੰ ਬੜਾ ਗੁੱਸਾ ਚੜਿਆ ਹੈ ਨਾ। 28 ਦੇ ਵਿੱਚ ਆਹੀ ਲਿਖਿਆ ਹੋਇਆ ਕਿ ਉਹ ਕਹਿੰਦਾ ਆ ਵੀ ਤੂੰ ਇੱਥੇ ਕੀ ਕਰ ਰਿਹਾ ਆ ਹੈ ਨਾ। ਉਹਨੂੰ ਇੰਨਾ ਗੁੱਸਾ ਚੜਿਆ ਵੀ ਤੂੰ ਇੱਥੇ ਕੀ ਕਰ ਰਿਹਾ ਆ? ਮੈਨੂੰ ਪਤਾ ਜੋ ਕੰਮ ਤੈਨੂੰ ਦਿੱਤਾ ਜਾਂਦਾ ਤੂੰ ਉਹ ਕਰਦਾ ਨਹੀਂ, ਤੂੰ ਐਵੇਂ ਇੱਧਰ ਉੱਧਰ ਲੱਤਾਂ ਫਸਾਉਂਦਾ ਫਿਰਦਾ ਆ ਹੈ ਨਾ। ਤੈਨੂੰ ਕੀ ਲੋੜ ਪਈ ਆ ਇੱਥੇ ਸਾਰਾ ਕੁਝ ਕਰਨ ਦੀ? ਇੱਥੇ ਵਿੱਚ ਤੂੰ ਜਾ ਉਹ ਜਿਹੜੀਆਂ ਤੇਰੀਆਂ 2-4 ਭੇਡਾਂ ਨੇ ਉਹਨਾਂ ਨੂੰ ਤੂੰ ਕਿਹਦੇ ਕੋਲੇ ਛੱਡ ਕੇ ਆਇਆ ਆ ਹੈ ਨਾ। ਉਹ ਮਤਲਬ ਵੀ ਸਾਰਾ ਕੁਝ ਇੱਧਰਲਾ ਉੱਧਰਲਾ ਉਹਨੂੰ ਕਹਿਣ ਲੱਗ ਗਿਆ ਦਾਊਦ ਨੂੰ। ਜਦੋਂ ਦਾਊਦ ਲੋਕਾਂ ਦੀਆਂ ਗੱਲਾਂ ਸੁਣ ਰਿਹਾ ਜਾਂ ਉਹਨਾਂ ਨੂੰ ਕੁਐਸਚਨ ਕਰ ਰਿਹਾ ਵੀ ਰਾਜੇ ਨੇ ਕੀ ਕਿਹਾ, ਕੀ ਸਾਰਾ ਕੁਝ ਰਾਜਾ ਕਰੂਗਾ ਜੇ ਗੋਲਾਇਥ ਨੂੰ ਕੋਈ ਮਾਰ ਦੂਗਾ। ਤੇ ਜਦੋਂ ਇਹ ਸਾਰਾ ਕੁਝ ਹੋਣ ਲੱਗਿਆ ਤੇ ਦਾਊਦ ਨੂੰ ਵੀ ਔਖਾ ਲੱਗਿਆ ਹੈ ਨਾ। ਦਾਊਦ ਆਪਣੇ ਭਰਾ ਦਾ ਨਾਂ ਐਲੀਆਬ। ਦਾਊਦ ਐਲੀਆਬ ਨੂੰ ਕਹਿੰਦਾ ਆ ਵੀ ਮੈਂ ਹੁਣ ਕੀ ਕੀਤਾ ਆ ਕਿ ਮੈਂ ਕੁਝ ਬੋਲ ਵੀ ਨਹੀਂ ਸਕਦਾ। ਉਹ ਕਹਿੰਦਾ ਆ what have I done now? Can I not speak? ਹੈ ਨਾ। ਇਹ ਮਤਲਬ ਵੀ ਔਖਾ ਲੱਗਿਆ ਉਹਨੂੰ। ਪਰ ਦੇਖੀਏ ਆਪਾਂ ਕਿ ਜਿੱਦਾਂ ਆਪਾਂ ਨੂੰ ਪਤਾ ਹੈ ਵੀ ਕਹਿੰਦੇ ਨੇ ਕਿ ਜਿਹੜੀ ਲੜਾਈ ਹੈਗੀ ਆ ਉਹਨੂੰ ਜਿੰਨਾ ਵੀ ਵਧਾ ਲਓ ਓਨੀ ਹੋਈ ਵੱਧਦੀ ਜਾਂਦੀ ਹੈ ਨਾ। ਜੇ ਇੱਕ ਬੰਦਾ ਚੁੱਪ ਨਹੀਂ ਹੋਊਗਾ ਤਾਂ ਦੂਜਾ ਵੀ ਨਹੀਂ ਚੁੱਪ ਹੋ ਰਿਹਾ ਤਾਂ ਲੜਾਈ ਤਾਂ ਮਤਲਬ ਵੀ ਬਹੁਤ ਡਿਸਟਰਕਸ਼ਨ ਲੈ ਕੇ ਆ ਸਕਦੀ ਆ, ਬਹੁਤ ਖਰਾਬ ਹੋ ਸਕਦਾ ਕੰਮ। ਮਤਲਬ ਵੀ ਸਾਰਾ ਕੁਝ ਜਿੱਦਾਂ ਗੱਲ ਉਹ ਵੀ ਸਭ ਕੁਝ ਖਤਮ ਹੋ ਸਕਦਾ ਆ ਹੈ ਨਾ। ਜਿਹੜੀ ਲੜਾਈ ਆ ਉਹਨੂੰ ਜਿੰਨਾ ਵਧਾ ਲਓ ਓਨੀ ਉਹ ਲੜਾਈ ਆ ਜਿਹੜੀ ਉਹ ਵੱਧ ਸਕਦੀ ਆ। ਤੇ ਦਾਊਦ ਜਿਹੜਾ ਸੀਗਾ ਜਦੋਂ ਉਹਦੇ ਭਰਾ ਨੇ ਉਹ ਕੁਐਸਚਨਸ ਕਰਨੇ ਸ਼ੁਰੂ ਕੀਤੇ ਉਹਨੂੰ, ਐਲੀਆਬ ਨੇ ਜਦੋਂ ਉਹ ਕੁਐਸਚਨਸ ਕਰਨੇ ਉਹਨੂੰ ਸ਼ੁਰੂ ਕੀਤੇ, ਦਾਊਦ ਉੱਥੇ ਹੋਰ ਬੋਲ ਸਕਦਾ ਸੀ, ਕਹਿ ਸਕਦਾ ਸੀ ਵੀ ਤੈਨੂੰ ਕੀ ਪਤਾ ਆ, ਤੂੰ ਕੀ ਵਿੱਚ ਲੱਗਿਆ ਹੋਇਆ, ਵੀ ਤੈਨੂੰ ਨਹੀਂ ਪਤਾ, ਮੈਨੂੰ ਤਾਂ ਕੱਲ ਤੁਹਾਡੇ ਸਾਰਿਆਂ ਦੇ ਸਾਹਮਣੇ ਉਹਦੇ ਚ ਲਿਖਿਆ ਬਾਈਬਲ ਦੇ ਵਿੱਚ ਕਿ ਉਹਨਾਂ ਦੇ ਭਰਾਵਾਂ ਦੇ ਸਾਹਮਣੇ ਦਾਊਦ ਨੂੰ ਅਨੋਇੰਟ ਕੀਤਾ ਗਿਆ ਹੈ ਨਾ। ਉਹ ਕਹਿ ਸਕਦਾ ਸੀ ਸਾਰਿਆਂ ਦੇ ਸਾਹਮਣੇ ਮੈਨੂੰ ਰਾਜਾ ਅਨੋਇੰਟ ਕੀਤਾ, ਮੈਨੂੰ ਸਮਝ ਆ, ਮੈਨੂੰ ਪਤਾ, ਪਰਮੇਸ਼ਰ ਨੂੰ ਪਤਾ ਮੇਰਾ। ਮਤਲਬ ਵੀ ਉਹ ਲੜਾਈ ਆ ਜਿਹੜੀ ਉਹ ਬਹੁਤ ਲੰਬੀ ਚੱਲ ਸਕਦੀ ਸੀਗੀ। ਤੇ ਉਧਰ ਜਿਹੜਾ ਗੋਲਾਇਥ ਆ, ਜਾਇੰਟ ਆ ਜਿਹੜਾ, ਉਹ ਹੁੱਕੇ ਆਪਦੇ ਰੋਜ਼ ਦੇ ਮਾਰ ਕੇ ਫਿਰ ਮੁੜ ਕੇ ਜਾ ਸਕਦਾ ਸੀਗਾ ਆਪਦੇ ਟੈਂਟ ਦੇ ਵਿੱਚ ਹੈ ਨਾ। ਵੀ ਚਲੋ ਇਜ਼ਰਾਈਲਾਂ ਨੇ ਤਾਂ ਕੋਈ ਬੰਦਾ ਨਹੀਂ ਅੱਜ ਫੇਰ ਭੇਜਿਆ, ਚਲੋ ਜੀ ਅੱਜ ਦਾ ਹੋਕਾ ਖਤਮ ਹੋਇਆ, 40 ਦਿਨ ਹੋ ਗਏ ਸੀ ਉਹਨੂੰ ਆਹ ਕਰਦੇ ਨੂੰ ਹੈ ਨਾ। ਜੇ ਦਾਊਦ ਉੱਥੇ ਲੜਦਾ ਹੀ ਰਹਿ ਜਾਂਦਾ, ਗੁੱਸੇ ਹੋ ਜਾਂਦਾ, ਲੜ ਕੇ ਕਹਿੰਦਾ ਛੱਡ ਪਰੇ ਮੈਂ ਨਹੀਂ ਤੁਹਾਡੇ ਨਾਲ ਗੱਲ ਕਰਨੀ, ਤੇ ਭਰਾ ਨੂੰ ਕਹਿੰਦਾ ਜਾ ਰਿਹਾ ਆ ਮੈਂ, ਤੇ ਗੁੱਸੇ ਦੇ ਵਿੱਚ ਉਹ ਆਪਦੇ ਪਿਓ ਦੇ ਕੋਲੇ ਫੇਰ ਮੁੜ ਜਾਂਦਾ ਹੈ ਨਾ। ਤੁਸੀਂ ਸੋਚੋ
ਕਿੱਡਾ ਵੱਡਾ ਮੋੜ ਇਸ ਕਹਾਣੀ ਦੇ ਵਿੱਚ ਆਉਣਾ ਸੀ। ਆਪਾਂ ਨੂੰ ਹੁਣ ਇਹ ਚੀਜ਼ ਲੱਗ ਰਹੀ ਆ ਵੀ ਨਹੀਂ ਉਹਨੇ ਐ ਕੀਤਾ ਨਹੀਂ, ਹਾਂ, ਕਿਉਂਕਿ ਆਪਾਂ ਨੂੰ ਸਟੋਰੀ ਦਾ ਐਂਡ ਪਤਾ ਆ, ਹੈ ਨਾ। ਜੇ ਆਪਾਂ ਨੂੰ ਇਸ ਸਟੋਰੀ ਪਹਿਲੀ ਵਾਰੀ ਆਪਾਂ ਇਹ ਸਟੋਰੀ ਸੁਣ ਰਹੇ ਹੁੰਦੇ ਤੇ ਆਪਾਂ ਨੂੰ ਸਟੋਰੀ ਦਾ ਐਂਡ ਨਾ ਪਤਾ ਹੁੰਦਾ, ਫਿਰ ਆਪਾਂ ਕਹਿੰਦੇ ਵੀ ਹਾਂ ਮਤਲਬ ਵੀ ਓਕੇ ਆ, ਨੋਰਮਲ ਥਿੰਗ ਹੋ ਗਈ, ਵੀ ਭਰਾਵਾਂ ਦੀ ਲੜਾਈ ਹੋ ਗਈ, ਭਰਾਵਾਂ ਦੀ ਲੜਾਈ ਦੇ ਵਿੱਚ ਹੀ ਮਤਲਬ ਵੀ ਚਲੋ ਉਹ ਗੁੱਸੇ ਹੋ ਕੇ ਮੁੜ ਗਿਆ, ਹੈ ਨਾ। ਆਪਾਂ ਆਪਣੀ ਜ਼ਿੰਦਗੀ ਨੂੰ ਦੇਖੀਏ, ਇਸ ਵੇਲੇ ਆਪਾਂ ਕਿਸ ਲੜਾਈ ਦੇ ਵਿੱਚ ਫਸੇ ਪਏ ਆ। ਆਪਾਂ ਕਿਸੇ ਲੜਾਈ ਦੇ ਵਿੱਚ ਫਸੇ ਪਏ ਆ ਤੇ ਉਧਰ ਪਰਮੇਸ਼ਵਰ ਦਾ ਜਿਹੜਾ ਦੁਸ਼ਮਣ ਆ ਉਹ ਆਪਾਂ ਨੂੰ ਲਲਕਾਰੇ ਮਾਰ ਰਿਹਾ ਆ ਤੇ ਆਪਾਂ ਆਪਣੀਆਂ ਹੀ ਲੜਾਈਆਂ ਦੇ ਵਿੱਚ ਫਸੇ ਪਏ ਆ। ਦਾਊਦ ਵੀ ਇੱਥੇ ਸਾਰਾ ਕੁਝ ਖਤਮ ਹੋ ਸਕਦਾ ਸੀਗਾ ਤੇ ਜਿਹੜੀ ਇਹ ਕਹਾਣੀ ਆ ਇਹ ਇੱਕ ਡਿਫਰੈਂਟ ਮੋਡ ਲੈ ਲੈਂਦੀ। ਇਹ ਕਹਾਣੀ ਮਤਲਬ ਵੀ ਗੋਲੀਅਤ ਦੀ ਮੌਤ ਤੱਕ ਪਹੁੰਚਦੀ ਵੀ ਨਾ, ਸ਼ਾਇਦ ਲਾਈਕ ਵੀ ਡੋਂਟ ਨੋ, ਹੈ ਨਾ, ਵੀ ਕੁਝ ਵੀ ਹੋ ਸਕਦਾ ਸੀਗਾ। ਤੇ ਉਸ ਤੋਂ ਬਾਅਦ ਆਪਾਂ ਦੇਖਦੇ ਹੈਗੇ ਆ ਕਿ ਕਈ ਵਾਰੀ ਜਿਹੜਾ ਆਪਣਾ ਦੁਸ਼ਮਣ ਆ ਉਹ ਕਿਸੇ ਹੋਰ ਦੁਸ਼ਮਣ ਨੂੰ ਆਪਣੇ ਸਾਹਮਣੇ ਲੈ ਕੇ ਆਉਂਦਾ ਆ, ਤਾਂ ਕਰਕੇ ਆਪਣਾ ਧਿਆਨ ਉਹਦੇ ਵੱਲ ਨੂੰ ਚਲਿਆ ਜਾਵੇ। ਕੋਈ ਹੋਰ ਦੁਸ਼ਮਣ ਨੂੰ, ਜਿਹੜਾ ਕਿ ਦੁਸ਼ਮਣ ਵੀ ਨਹੀਂ ਹੁੰਦਾ, ਹੈ ਨਾ, ਉਹਨੂੰ ਦੁਸ਼ਮਣ ਬਣਾ ਕੇ ਆਪਣੇ ਅੱਗੇ ਲੈ ਕੇ ਆਉਂਦਾ ਆ, ਤਾਂ ਕਰਕੇ ਜਿਹੜੀ ਆਪਣੀ ਲੜਾਈ ਦਾ ਰੁਖ ਆ ਉਹ ਉਸ ਦੁਸ਼ਮਣ ਵੱਲ ਨੂੰ ਮੁੜ ਜਾਵੇ ਤੇ ਆਪਣਾ ਧਿਆਨ ਜਿਹੜਾ ਆਪਣਾ ਅਸਲੀ ਦੁਸ਼ਮਣ ਆ, ਜਿਹੜਾ ਗੋਲੀਅਤ, ਜਿਹੜਾ ਸ਼ੈਤਾਨ ਆਪਣਾ ਅਸਲੀ ਦੁਸ਼ਮਣ ਆ, ਉਹ ਤੋਂ ਆਪਣਾ ਧਿਆਨ ਹਟ ਜਾਵੇ। ਇਹੀ ਹੁੰਦਾ ਆ ਇਸ ਦੁਨੀਆ ਦੇ ਵਿੱਚ। ਇੰਨਾ ਮਤਲਬ ਵੀ ਲੋਕ ਪਰਮੇਸ਼ਵਰ ਦੇ ਵਿੱਚ ਬਾਧ ਰਹੇ ਹੁੰਦੇ ਨੇ ਤੇ ਆਲ ਦਾ ਸਡਨ ਕੋਈ ਇਹੋ ਜਿਹਾ ਕੋਈ ਬੰਦਾ ਜਾਂ ਕੋਈ ਇਹੋ ਜਿਹੀ ਚੀਜ਼ ਤੁਹਾਡੇ ਸਾਹਮਣੇ ਆ ਜਾਂਦੀ ਆ ਤੇ ਆਪਣਾ ਧਿਆਨ ਆਪਾਂ ਅਸਲੀ ਦੁਸ਼ਮਣ ਤੋਂ ਹਟਾ ਕੇ ਉਸ ਚੀਜ਼ ਜਾਂ ਉਸ ਇਨਸਾਨ ਦੇ ਵੱਲ ਲਾ ਲੈਂਦੇ ਆ ਜਿਵੇਂ ਕਿ ਉਹ ਆਪਣਾ ਦੁਸ਼ਮਣ ਹੁੰਦਾ। ਪਰ ਇਹ ਜਿਹੜੀ ਸ਼ੈਤਾਨ ਆ, ਜਿਹੜਾ ਇਹ ਬਹੁਤ ਚਲਾਕ ਆ, ਇਹ ਸ਼ੈਤਾਨ ਦੀ ਪਲਾਨ ਆ। ਬਹੁਤ ਆਪਾਂ ਸਮਝ ਕੇ ਇਹ ਜਿਹੜੀਆਂ ਸ਼ੈਤਾਨ ਦੀਆਂ ਚਲਾਕੀਆਂ ਨੇ ਇਹਨਾਂ ਦਾ ਜਿੱਦਾਂ ਕਹਿ ਲਓ ਵੀ ਟੱਕਰਾ ਕਰਨਾ ਆ, ਹੈ ਨਾ। ਕਿਉਂਕਿ ਸ਼ੈਤਾਨ ਕੀ ਕਰਦਾ ਹੈ, ਸ਼ੈਤਾਨ ਕਿਸੇ ਦੇ ਮੋਢੇ ਤੇ ਬੰਦੂਕ ਰੱਖ ਕੇ ਚਲਾਉਂਦਾ ਆ ਤੇ ਆਪਾਂ ਉਸ ਬੰਦੇ ਦੇ ਪਿੱਛੇ ਪੈ ਜੰਨੇ ਆ ਜਿਹਦਾ ਮੋਢਾ ਯੂਜ਼ ਕੀਤਾ ਹੁੰਦਾ ਸ਼ੈਤਾਨ ਨੇ। ਇਸ ਤੋਂ ਕਿ ਆਪਾਂ ਸ਼ੈਤਾਨ ਨੂੰ ਕੈਂਸਲ ਕਰਨ ਲੱਗੇ, ਸ਼ੈਤਾਨ ਦੀਆਂ ਪਲਾਨਾਂ ਆਪਣੀਆਂ ਜ਼ਿੰਦਗੀਆਂ ਤੇ ਆਪਣੇ ਬੱਚਿਆਂ ਦੀਆਂ ਜ਼ਿੰਦਗੀਆਂ ਤੇ ਕੈਂਸਲ ਕਰਨ ਲੱਗੀਏ, ਹੈ ਨਾ। ਤੇ ਇੱਥੇ ਵੀ ਆਪਾਂ ਦੇਖਦੇ ਹਾਂ ਕਿ ਸ਼ੈਤਾਨ ਜਿਹੜਾ ਹੈਗਾ ਉਸਨੇ ਏਲੀਆਬ ਨੂੰ ਹੱਥ 'ਚ ਲੈਣ ਦੀ ਕੋਸ਼ਿਸ਼ ਕੀਤੀ ਕਿ ਥਰੂ ਏਲੀਆਬ ਦਾਊਦ ਆ ਜਿਹੜਾ ਉਹਦੇ ਨਾਲ ਲੜ ਲੁੜ ਕੇ ਆਪਣੇ ਘਰ ਨੂੰ ਮੁੜ ਜਾਵੇ। ਹੁਣ ਜੇ ਮੈਂ ਤੁਹਾਨੂੰ ਪੁੱਛਾਂ ਕੌਣ ਆ ਤੁਹਾਡਾ ਏਲੀਆਬ ਅੱਜ ਦੇ ਦਿਨ ਦੇ ਵਿੱਚ, ਜੇ ਤੁਸੀਂ ਸੋਚੋ, ਨਿਗਾਹ ਮਾਰੋ ਆਪਣੇ ਇਰਦ ਗਿਰਦ, ਆਪਣੇ ਘਰ 'ਚ, ਆਪਣੇ ਕੰਮ ਤੇ, ਆਪਣੇ ਚਰਚ ਦੇ ਵਿੱਚ, ਆਪਣੇ ਕਮਿਊਨਿਟੀ ਦੇ ਵਿੱਚ ਕੌਣ ਆ ਤੁਹਾਡਾ ਏਲੀਆਬ? ਹੈ ਤੁਹਾਡਾ ਏਲੀਆਬ ਤੁਹਾਡਾ ਆਪਣਾ ਭਰਾ ਵੀ ਹੋ ਸਕਦਾ ਆ। ਦਾਊਦ ਦਾ ਉਹ ਸਕਾ ਭਰਾ ਸੀਗਾ, ਉਹ ਆਪਣਾ ਭਰਾ ਵੀ ਹੋ ਸਕਦਾ ਆ, ਆਪਣਾ ਹਸਬੈਂਡ ਹੋ ਸਕਦਾ ਆ, ਆਪਣੀ ਵਾਈਫ ਹੋ ਸਕਦੀ ਆ, ਜਿਨ੍ਹਾਂ ਦੇ ਨਾਲ ਆਪਾਂ ਲੜਨ ਲੱਗੇ ਪਏ ਆ ਰੋਜ਼ ਦੀਆਂ ਛੋਟੀਆਂ ਲੜਾਈਆਂ ਤੇ ਸ਼ੈਤਾਨ ਹੱਥ ਝਾੜ ਕੇ ਜਿੱਦਾਂ ਕਹੋ ਆਰਾਮ ਨਾਲ ਬੈਠਾ ਦੇਖ ਰਿਹਾ ਆ, ਹੈ। ਨੋ, ਪਰਮੇਸ਼ਵਰ ਦੇ ਵੱਡੇ ਪਲਾਨ ਨੇ ਆਪਣੀਆਂ ਜ਼ਿੰਦਗੀਆਂ ਦੇ ਵਿੱਚ। ਆਪਣੀ ਜਿੱਦਾਂ ਕਹ ਲਓ ਆਪਣੇ ਕੋਈ ਰਿਸ਼ਤੇਦਾਰ ਹੋ ਸਕਦੇ ਨੇ ਇਹਨਾਂ ਚੀਜ਼ਾਂ ਦੇ, ਸ਼ੈਤਾਨ ਜਿਹੜਾ ਆਪਣਾ ਏਲੀਆਬ ਬਣਾਇਆ ਹੋਇਆ। ਕੋਈ ਹੋਰ ਜਿਹੜੀਆਂ ਆਪਣੀਆਂ ਕੋਈ ਵੀਕਨੈਸਸ ਨੇ ਉਹ ਏਲੀਆਬ ਹੋ ਸਕਦੀਆਂ ਨੇ ਆਪਣੇ ਲਈ। ਆਪਣੀਆਂ ਕਮਜ਼ੋਰੀਆਂ, ਆਪਣੀਆਂ ਐਡਿਕਸ਼ਨ, ਆਪਣੇ ਪਾਪ, ਉਹ ਕੋਈ ਏਲੀਆਬ ਹੋ ਸਕਦੇ ਨੇ ਆਪਣੇ ਲਈ ਕਿ ਆਪਾਂ ਨੂੰ ਉਹਨਾਂ ਦੇ ਵਿੱਚ ਹੀ ਫਸਾ ਲਿਆ ਹੋਇਆ ਆ ਤੇ ਡਿਸਟਰੈਕਟ ਕਰ ਦਿੱਤਾ ਹੋਇਆ ਆ ਤੇ ਆਪਾਂ ਉਹ ਚੀਜ਼ਾਂ ਜੋ ਬਾਹਰ ਨਹੀਂ ਨਿਕਲ ਸਕ ਰਹੇ। ਬਾਹਰਲੀ ਦੁਨੀਆ ਜਿਹੜੀ ਪਰਮੇਸ਼ਵਰ ਨੇ ਆਪਣੇ ਲਈ ਤਿਆਰ ਕੀਤੀ ਆ, ਇਟਸ ਅਮੇਜ਼ਿੰਗ। ਜੋ ਕੰਮ ਪਰਮੇਸ਼ਵਰ ਆਪਣੇ ਤੋਂ ਲੈਣਾ ਚਾਹੁੰਦਾ ਆ, ਇਟਸ ਅਮੇਜ਼ਿੰਗ। ਆਪਣੇ ਏਲੀਆਬ ਵੱਲ ਧਿਆਨ ਕਰਨਾ ਬੰਦ ਕਰੀਏ, ਆਪਣੇ ਏਲੀਆਬ ਦੇ ਨਾਲ ਲੜਨਾ ਬੰਦ ਕਰੀਏ ਤੇ ਆਪਾਂ ਜਿਹੜਾ ਆਪਣਾ ਏਲੀਆਬ ਆ ਉਹਦੀਆਂ ਗੱਲਾਂ ਸੁਣਨੀਆਂ ਬੰਦ ਕਰੀਏ, ਹੈ ਨਾ। ਤੇ ਆਪਾਂ
ਸ਼ੈਤਾਨ ਜਿਹੜਾ ਆਪਣਾ ਅਸਲੀ ਦੁਸ਼ਮਣ ਆ ਉਹਦੇ ਖਿਲਾਫ ਕਮਰ ਕਸੀਏ, ਉਹਦੇ ਖਿਲਾਫ। ਸੋ ਉਹ ਜਿਹੜਾ ਇਲਿਆਬ ਆ ਉਹਨੂੰ ਵੀ ਲਓ ਨਾਲ, ਜੇ ਕੋਈ ਇਨਸਾਨ ਆ ਤਾਂ ਉਹਨੂੰ ਲਓ ਨਾਲ, ਉਹਨੂੰ ਕਹੋ ਆਪਾਂ ਦੋਨੋਂ ਬੈਠ ਕੇ ਇਹ ਚੀਜ਼ ਤੇ ਫਤਹ ਪਾਵਾਂਗੇ, ਹੈ ਨਾ। ਜੇ ਤੁਹਾਡੀ ਕੋਈ ਵੀਕਨੈਸ ਆ ਤੁਸੀਂ ਕਹੋ ਵੀਕਨੈਸ ਨੂੰ ਵੀ ਆਊਟ ਇਨ ਦਾ ਨੇਮ ਆਫ ਜੀਸਸ। ਕਿਸੇ ਐਡਿਕਸ਼ਨ ਦੇ ਵਿੱਚ ਫਸੇ ਹੋਏ ਹੋ ਉਹਨੂੰ ਕੱਢ ਦਿਓ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਆਪਣਾ ਪਰਮੇਸ਼ਰ ਸਭ ਕੁਝ ਕਰਨ ਦੀ ਸ਼ਕਤੀ ਰੱਖਦਾ ਆ। ਇਸ ਚੀਜ਼ ਨੂੰ ਆਪਾਂ ਕਦੇ ਨਾ ਭੁੱਲੀਏ। ਆਪਾਂ ਪਰਮੇਸ਼ਰ ਦੇ ਲਹੂ ਖਰੀਦੇ ਆ, ਆਪਾਂ ਕੋਈ ਮਾਮੂਲੀ ਲੋਕ ਨਹੀਂਗੇ। ਆਪਣਾ ਪਰਮੇਸ਼ਰ ਇਸ ਜ਼ਮੀਨ ਅਸਮਾਨ ਨੂੰ ਬਣਾਉਣ ਵਾਲਾ ਆ। ਆਪਾਂ ਇਸ ਸ਼ੈਤਾਨ ਦੀਆਂ ਪਲਾਨਾਂ ਜਿਹੜਾ ਇਲਿਆਬ ਨੂੰ ਆਪਣੇ ਮੂਹਰੇ ਲਾ ਕੇ ਆਉਂਦਾ ਆ, ਉਹ ਚੀਜ਼ਾਂ ਨੂੰ ਆਪਾਂ ਕੱਢੀਏ। ਆਪਾਂ ਸਮਝ ਰਹੇ ਆ ਨਾ ਆਪਾਂ ਕੀ ਗੱਲ ਕਰ ਰਹੇ ਆ। ਆਪਣੇ ਨਾਲ ਦੇ ਨੂੰ ਪੁੱਛੋ ਤੂੰ ਸਮਝ ਰਿਹਾ ਆ ਕੌਣ ਆ ਤੇਰਾ ਇਲਿਆਬ ਜਾਂ ਕੀ ਚੀਜ਼ ਆ ਤੇਰਾ ਇਲਿਆਬ। ਇਲਿਆਬ ਦਾ ਆਪਾਂ ਸਮਝ ਰਹੇ ਆ ਨਾ ਆਪਾਂ ਕੀ ਗੱਲ ਕਰ ਰਹੇ ਆ। ਇਲਿਆਬ ਦਾਊਦ ਦਾ ਵੱਡਾ ਭਰਾ ਸੀਗਾ ਜਿਹਦੇ ਨਾਲ ਉਹ ਲੜਾਈ ਕਰਨ ਦਾ ਲੱਗ ਗਿਆ। ਉਹ ਲੜਾਈ ਕਰਦੇ ਹੋਏ ਉਹ ਜਿਹੜਾ ਆਪਣਾ ਪਲਾਨ ਪਰਮੇਸ਼ਵਰ ਦਾ ਸੀਗਾ ਉਹ ਤੋਂ ਖੁੰਝ ਸਕਦਾ ਸੀ, ਹੈ ਨਾ। ਆਪਾਂ ਵੀ ਜਿਹੜਾ ਵੀ ਇਲਿਆਬ ਆਪਣੀ ਜ਼ਿੰਦਗੀ ਦੇ ਵਿੱਚ ਹੈ ਉਸ ਤੋਂ ਆਪਣੀ ਜਿਹੜੀ ਪਲਾਨ ਪਰਮੇਸ਼ਵਰ ਦੀ ਆਪਣੇ ਉੱਤੇ ਹੈਗੀ ਆ ਆਪਾਂ ਉਸ ਤੋਂ ਖੁੰਝ ਸਕਦੇ ਆ। ਆਮੇਨ। ਇਸ ਤੋਂ ਬਾਅਦ ਆਪਾਂ ਅੱਗੇ ਦੇਖਦੇ ਹੈਗੇ ਆ ਦਾਊਦ ਨੇ ਕੀ ਕੀਤਾ, ਹੈ ਨਾ। ਜਦੋਂ ਇਲਿਆਬ ਉਹਨੂੰ ਕੁਐਸਚਨ ਕਰਨ ਲੱਗਿਆ ਤੇ ਉਹ ਮੂਹਰੋਂ ਕਹਿੰਦਾ ਮੈਂ ਹੁਣ ਕੀ ਕੀਤਾ ਆ, ਮੈਂ ਕੁਝ ਬੋਲ ਵੀ ਨਹੀਂ ਸਕਦਾ। ਇਸ ਤੋਂ ਕਿ ਉਹ ਫਟਾਫਟ ਹੋਰ ਕੁਐਸਚਨ ਕਰੇ, ਹੋਰ ਲੜਾਈ ਕਰੇ। 17 ਦੀ 30 ਦੇ ਵਿੱਚ ਦੇਖਦੇ ਆ। 1 ਸੈਮੂਅਲ ਚੈਪਟਰ 17 वर्स 30। दाऊद दूसरे लोगों की तरफ मुड़ा और उसने वे ही प्रश्न किया। उन्होंने दाऊद को वे ही पहले जैसा उत्तर दिया। कहता है and David turned from him towards another's। हालेलुया। ਆਪਾਂ ਕਈ ਵਾਰੀ ਉਸ ਦੇ ਪਿੱਛੇ ਫਸੇ ਰਹਿੰਦੇ ਆ। ਨਹੀਂ, ਆਪਣੀ ਮੈਂ ਹੀ ਨਹੀਂ ਖਤਮ ਹੁੰਦੀ। ਮੈਂ ਕਿਹਾ ਜੋ ਮੈਂ ਠੀਕ ਆ, ਮੈਂ ਸਹੀ ਆ, ਮੈਨੂੰ ਪਤਾ ਆ, ਮੈਂ ਇਸ ਦੇ ਵਿੱਚ ਹੀ ਫਸੇ ਰਹਿ ਜਾਂਦੇ ਆ। ਲੜਾਈ ਵੱਧਦੀ ਜਾਂਦੀ ਆ ਤੇ ਜੋ ਪਰਮੇਸ਼ਰ ਦਾ ਪਲਾਨ ਹੁੰਦਾ ਆ ਉਹ ਪਿੱਛੇ ਰਹਿ ਜਾਂਦਾ। ਦਾਊਦ ਨੇ ਕੀ ਕੀਤਾ, ਉਦੋਂ ਹੀ ਰਾਉਂਡ ਅਬਾਊਟ ਉਹਨੇ ਟਰਨ ਮਾਰੀ ਤੇ ਭਰਾ ਹੁਣ ਪਿੱਛੇ, ਇਲਿਆਬ ਪਿੱਛੇ ਰਹਿ ਗਿਆ ਤੇ ਉਹ ਉਹੀ ਸਵਾਲ ਜਿਹੜੀ ਕਾਲਿੰਗ ਪਰਮੇਸ਼ਵਰ ਦੀ ਉਹਦੇ ਉੱਤੇ ਹੈ ਸੀ ਉਸ ਦੇ ਬਾਰੇ ਹੋਰ ਜਾਣਕਾਰੀ ਲੈਣ ਲੱਗਿਆ, ਹੋਰ ਪੁੱਛਣ ਲੱਗਿਆ ਵੀ ਹਾਂ ਵੀ ਕੀ ਜਿਹੜਾ ਸਾਊਲ ਰਾਜਾ ਹੈਗਾ ਉਹ ਕੀ ਕਹਿ ਰਿਹਾ ਆ, ਵੀ ਇਹ ਕੌਣ ਆ ਬੰਦਾ, ਕੀ ਇਸ ਨੂੰ ਕਰਨਾ ਆ ਜੋ ਆਪਣਾ ਸ਼ੈਤਾਨ ਆ, ਜੋ ਆਪਣਾ ਦੁਸ਼ਮਣ ਆ, ਜੋ ਸ਼ੈਤਾਨ ਆ, ਹੈ ਨਾ। ਇੱਕ ਵਾਰੀ ਫੇਰ ਆਪਾਂ ਰੀਕੈਪ ਕਰਦੇ ਆ, ਦੇਖਦੇ ਆ ਕਿ ਅੱਜ ਆਪਾਂ ਦੇਖ ਕੀ ਰਹੇ ਆ। ਦੋ ਜਿਹੜੀਆਂ ਇਹ ਚੀਜ਼ਾਂ ਨੇ ਇਹਦੇ ਨਾਲ ਦਾਊਦ ਜਿਹੜਾ ਹੈਗਾ ਆ ਉਹ ਆਪਣੀ ਜ਼ਿੰਦਗੀ ਦਾ ਪਰਪਸ ਜਿਹੜਾ ਹੈਗਾ ਉਹ ਮਿਸ ਕਰ ਸਕਦਾ ਸੀ। ਆਪਾਂ ਆਪਣੀ ਜ਼ਿੰਦਗੀ ਦਾ ਪਰਪਸ ਮਿਸ ਕਰ ਸਕਦੇ ਆ ਜੇ ਆਪਾਂ ਓਬੀਡੀਐਂਟ ਨਹੀਂਗੇ, ਪਰਮੇਸ਼ਵਰ ਦੇ ਓਬੀਡੀਐਂਟ ਆਪਾਂ ਰਹਿਣਾ ਆ, ਅੰਡਰ ਦੀ ਅਥਾਰਟੀ ਆਪਾਂ ਰਹਿਣਾ ਆ, ਹੈ ਨਾ। ਇਹ ਚੀਜ਼ ਆਪਾਂ ਯਾਦ ਰੱਖਣੀ ਆ ਕਿਉਂਕਿ ਪਰਮੇਸ਼ਵਰ ਉਸ ਬੰਦੇ ਨੂੰ ਬਰਕਤ ਦਿੰਦਾ ਆ ਜੋ ਹੰਬਲ ਰਹਿੰਦਾ ਆ, ਓਬੀਡੀਐਂਟ ਰਹਿੰਦਾ ਆ, ਅੰਡਰ ਅਥਾਰਟੀ ਰਹਿੰਦਾ ਆ। ਆਮੇਨ। ਦੂਸਰੀ ਚੀਜ਼ ਜਿਹੜੀ ਹੈਗੀ ਆ ਕਿ ਆਪਾਂ ਇਲਿਆਬ ਨੂੰ ਪਹਿਚਾਨਣਾ ਆ। ਆਪਣੀ ਲੜਾਈ ਇਲਿਆਬ ਦੇ ਖਿਲਾਫ ਨਹੀਂਗੀ, ਆਪਣੀ ਲੜਾਈ ਜਿਹੜੀ ਹੈਗੀ ਆ ਉਹ ਗੋਲਾਇਥ ਦੇ ਖਿਲਾਫ ਆ, ਹੈ ਨਾ। ਉਹ ਜਿਹੜਾ ਇਲਿਆਬ ਆ ਉਹਦੇ ਗੋਲਾਇਥ ਸਿਰਫ ਉਹਦੇ ਮੋਢੇ ਤੇ ਬੰਦੂਕ ਰੱਖ ਕੇ ਚਲਾ ਰਿਹਾ ਆ, ਹੈ ਨਾ। ਇਹ ਛੋਟੀ ਛੋਟੀ ਚੀਜ਼ ਭਾਵੇਂ ਛੋਟੀ ਲੱਗੇ ਪਰ ਇਹ ਪੂਰਾ ਨਕਸ਼ਾ ਬਦਲ ਕੇ ਰੱਖ ਸਕਦੀ ਆ ਆਪਣੀ ਜ਼ਿੰਦਗੀ ਦਾ। मैन एक बारी फिर याद करते हैं कि we have to stay ready because we are called and we are anointed for a special purpose। ਆਪਾਂ ਤਿਆਰ ਰਹੀਏ ਪਰਮੇਸ਼ਵਰ ਦੇ ਲਈ ਹਮੇਸ਼ਾ ਕਿਉਂਕਿ ਆਪਾਂ ਬੁਲਾਏ ਗਏ ਆ ਤੇ ਆਪਾਂ ਮਸਾ ਕੀਤੇ ਗਏ ਆ ਇੱਕ ਖਾਸ ਮਕਸਦ ਦੇ ਲਈ ਜੋ ਪਰਮੇਸ਼ਵਰ ਆਪਾਂ ਤੋਂ ਚਾਹੁੰਦਾ ਆ। ਆਮੇਨ। ਹਾਲੇਲੂਇਆ। फिर आप दोबारा देखते हैं हम उस तो अगे जाने हैं। इस तो पहला कि आप पहला सैमुअल 17 का 31 देखिए, फिर याद करते हैं कि 17 के 26 दे विच दाऊद की कह रहा सीगा। दाऊद लोगों ने सुनिया यह भी दाऊद की कह रहा सी। दाऊद कह रहा सी यह मामूली फलिस्ती यह परमेश्वर की सेना नूं ललकार रहा है है ਇਹਦੀ ਹਿੰਮਤ ਕਿੱਦਾਂ ਹੋਈ। ਇਹ ਚੀਜ਼ਾਂ ਜਦੋਂ ਦਾਊਦ ਕਹਿ ਰਿਹਾ ਸੀਗਾ ਤੇ ਇਹਦੀ ਖਬਰ ਕਿਸੇ ਨੇ ਰਾਜੇ ਕੋਲੇ ਪਹੁੰਚਾਈ। ਰਾਜਾ ਸਾਊਲ ਨੂੰ ਜਦੋਂ ਪਤਾ ਲੱਗਿਆ ਬਈ ਇਹ
ਦਾਊਦ ਕੋਈ ਆਇਆ ਵਾ ਮੁੰਡਾ ਤੇ ਇਹ ਕਹਿ ਰਿਹਾ ਆ ਹੈ ਨਾ, ਤੇ ਦਾਊਦ ਨੇ ਸਾਊਲ ਉਸ ਵੇਲੇ ਦਾ ਮਤਲਬ ਵੀ ਕੋਈ ਵੀ ਮੂਰੇ ਨਹੀਂ ਆ ਰਿਹਾ ਸੀ, ਕਿਸੇ ਦੀ ਆਹ ਕਹਿਣ ਦੀ ਵੀ ਹਿੰਮਤ ਨਹੀਂ ਸੀ ਹੋ ਰਹੀ। ਸਾਰੀ ਸੈਨਾ ਦੇ ਵਿੱਚ ਸਾਰੇ ਡਰਦੇ ਮਾਰੇ ਭੱਜ ਰਹੇ ਸੀਗੇ, ਤੇ ਦਾਊਦ ਨੇ ਜਦੋਂ ਸੁਣਿਆ ਵੀ ਐਟਲੀਸਟ ਕਿਸੇ ਨੇ ਕਿਹਾ ਵੀ ਇਹੀ ਬੜੀ ਵੱਡੀ ਗੱਲ ਆ ਹੈ ਨਾ, ਇਕਨੋਲੇਜ ਕੀਤਾ ਕਿ ਪਰਮੇਸ਼ਵਰ ਦੀ ਸੈਨਾ ਨੂੰ ਇਹ ਬੰਦੇ ਦੀ ਹਿੰਮਤ ਕਿੱਦਾਂ ਹੋਈ ਲਲਕਾਰਨ ਦੀ। ਤੇ ਦਾਊਦ ਨੇ ਕੀ ਕੀਤਾ, ਦਾਊਦ ਨੇ ਸਾਊਲ ਨੇ ਕੀ ਕੀਤਾ, ਸਾਊਲ ਨੇ ਦਾਊਦ ਨੂੰ ਬੁਲਾਵਾ ਭੇਜਿਆ। ਸੋ ਦਾਊਦ ਹਾਜ਼ਰ ਹੋ ਉਹਨਾਂ ਦੇ ਰਾਜਪਾਟ ਦੇ ਵਿੱਚ, ਤੇ ਡੇਵਿਡ ਜਿਹੜਾ ਹੈਗਾ ਆ ਉਹ ਸਾਊਲ ਦੇ ਰਾਜ ਦੇ ਵਿੱਚ, ਉਹਦੇ ਮਹਿਲ ਦੇ ਵਿੱਚ ਬੁਲਾਇਆ ਗਿਆ। ਇਹ 31 ਦੇ ਵਿੱਚ ਲਿਖਿਆ ਹੋਇਆ ਆ। ਤੇ ਉਸ ਤੋਂ ਬਾਅਦ ਆਪਾਂ ਦੇਖਦੇ ਹੈਗੇ ਆ। ਅੱਛਾ, ਇੱਥੇ ਨਾ ਜਦੋਂ ਮੈਂ ਆਹ ਪੜ ਰਹੀ ਸੀਗੀ ਕਿ ਉਹ ਮਾਮੂਲੀ ਫਲਿਸਤੀ ਪਰਮੇਸ਼ਵਰ ਦੀ ਸੈਨਾ ਨੂੰ ਲਲਕਾਰ ਰਿਹਾ ਆ, ਪਰ ਜਿਹੜੇ ਲੋਕ ਸੀਗੇ ਫਲਿਸਤੀ ਉਹ ਡਰ ਰਹੇ ਸੀਗੇ, ਉਹ ਭੱਜ ਰਹੇ ਸੀਗੇ ਡਰਦੇ ਮਾਰੇ ਹੈ ਨਾ। ਜਦੋਂ ਮੈਂ ਵਚਨ ਤਿਆਰ ਕਰ ਰਹੀ ਸੀ ਤੇ ਇੱਕਦਮ ਮੇਰੇ ਦਿਮਾਗ ਦੇ ਵਿੱਚ ਆਈ ਕਿ ਇਸ ਪ੍ਰੀਚਿੰਗ ਦਾ ਟੌਪਿਕ ਹੋ ਸਕਦਾ ਸੀਗਾ ਜੋ ਡਰ ਗਿਆ ਉਹ ਮਰ ਗਿਆ ਹੈ ਨਾ। ਫਿਰ ਇੱਕਦਮ ਮੈਨੂੰ ਪਰਮੇਸ਼ਵਰ ਦੀ ਆਵਾਜ਼ ਹੀ ਕਹਿ ਲੋ ਕਿ ਆਈ ਕਿ ਨਹੀਂ, ਆਪਾਂ ਡਰ ਵੀ ਜਾਂਦੇ ਆ ਪਰ ਫਿਰ ਵੀ ਪਰਮੇਸ਼ਵਰ ਦੀ ਮਿਹਰ ਤੇ ਉਹਦੀ ਕਿਰਪਾ ਇੰਨੀ ਆ ਆਪਣੇ ਉੱਤੇ ਕਿ ਪਰਮੇਸ਼ਵਰ ਫਿਰ ਆਪਣੇ ਤੇ ਦਇਆ ਕਰਕੇ ਆਪਾਂ ਨੂੰ ਖੜਾ ਕਰਦਾ ਆ, ਆਪਾਂ ਨੂੰ ਤਕੜਾ ਕਰਦਾ ਆ, ਆਪਾਂ ਨੂੰ ਬੋਲਡ ਕਰਦਾ ਹੈ। ਮੈਨ ਇਹ ਗੀਤ ਜਿਹੜਾ ਆਪਣੇ ਚਰਚ ਦੇ ਵਿੱਚ ਆਪਾਂ ਅਕਸਰ ਗਾਉਂਦੇ ਹੁੰਦੇ ਆ, ਮੈਂ ਬਚਿਆ ਰਹਿੰਦਾ ਨਾ ਜੇ ਤੇਰੀ ਦਇਆ ਨਾ ਹੁੰਦੀ ਹੈ ਨਾ। ਆਪਾਂ ਕੁਛ ਵੀ ਨਹੀਂ ਸੀਗੇ ਜੇ ਪਰਮੇਸ਼ਵਰ ਦੀ ਮਿਹਰ ਕਿਰਪਾ ਉਹਦੀ ਦਇਆ ਆਪਣੇ ਤੇ ਨਾ ਕੰਮ ਕਰਦੀ ਹੈ। ਮੈਨ ਹਾਲੇਲੂਇਆ। ਇਸ ਤੋਂ ਬਾਅਦ ਆਪਾਂ ਦੇਖਦੇ ਹੈਗੇ ਆ 17 ਦਾ 32ਵਾਂ ਆਪਾਂ ਦੇਖਦੇ ਆ। 32ਵੇਂ ਦੇ ਵਿੱਚ ਕੀ ਲਿਖਿਆ ਹੋਇਆ ਆ। 32ਵੇਂ ਦੇ ਵਿੱਚ ਲਿਖਿਆ ਹੋਇਆ, तब दाऊद ने शाऊल से कहा किसी मनुष्य का मन उसके कारण कच्चा ना हो, तेरा दास जाकर उस फलिश्ती से लड़ेगा। वाओ ਸਾਊਲ ਦਾਊਦ ਨੂੰ ਕਹਿੰਦਾ ਆ ਵੀ ਬਈ ਇਹ ਮੈਂ ਕੀ ਸੁਣ ਰਿਹਾ ਆ ਜੋ ਕੁਝ ਕਹਿ ਰਿਹਾ, ਤੇ ਦਾਊਦ ਜਾ ਕੇ ਉਹਨੂੰ ਕਹਿੰਦਾ ਆ, ਰਾਜੇ ਨੂੰ ਕਹਿੰਦਾ ਆ ਵੀ ਕਿਸੇ ਤੇਰੀ ਸੈਨਾ 'ਚ ਵੀ ਕਿਸੇ ਦਾ ਵੀ ਮਨ ਕੱਚਾ ਨਾ, ਮਨ ਛੋਟਾ ਨਾ ਕਰੋ, ਮੈਂ ਤੇਰਾ ਦਾਸ ਜਾਊਂਗਾ ਤੇ ਉਸ ਫਲਿਸਤੀ ਨਾਲ ਜਾ ਕੇ ਲੜੂੰਗਾ ਹੈ। ਜਿੱਦਾਂ ਕਹਿ ਲਓ ਵੀ ਦਾਊਦ ਕਹਿ ਰਿਹਾ ਆ, ਡੋਂਟ ਵਰੀ ਕਿੰਗ, ਮੈਂ ਹੂੰ ਨਾ ਹੈ ਨਾ, ਵੀ ਲਾਈਕ ਵਾਓ ਦਿਸ ਇਜ਼ ਅਮੇਜ਼ਿੰਗ। ਤੇ ਰਾਜੇ ਨੇ ਕੀ ਕਿਹਾ ਹੋਣਾ, ਐਕਸਕਿਊਜ਼ ਮੀ ਹਾਊ ਓਲਡ ਆਰ ਯੂ ਸਨ, ਤੂੰ ਕਿੰਨੀ ਉਮਰ ਦਾ ਆ ਬੱਚਿਆ, ਤੂੰ ਐਡੇ ਵੱਡੇ ਬੰਦੇ ਦੇ ਸਾਹਮਣੇ ਜਾ ਕੇ ਨਹੀਂ ਲੜ ਸਕਦਾ, ਉਹ ਤਾਂ ਛੋਟੇ ਹੁੰਦੇ ਤੋਂ ਯੋਧਾ ਆ, ਉਹ ਤਾਂ ਛੋਟੇ ਹੁੰਦੇ ਤੋਂ ਲੜਦਾ ਜਾ ਰਿਹਾ, ਤੇ ਤੂੰ ਤਾਂ ਸੈਨਾ 'ਚ ਵੀ ਨਹੀਂਗਾ, ਤੈਨੂੰ ਤਾਂ ਮਤਲਬ ਵੀ ਸੈਨਾ ਦੀ ਟੈਕਨੀਕਸ ਦਾ ਵੀ ਨਹੀਂ ਪਤਾ ਵੀ ਤੂੰ ਲੜਨਾ ਕਿੱਦਾਂ ਆ ਹੈ ਨਾ। ਫਿਰ ਜਿਹੜਾ ਦਾਊਦ ਹੈਗਾ ਆ ਉਹ ਆਪਣੀ ਸਾਰੀ ਕਹਾਣੀ ਦੱਸਦਾ ਆ, ਨਹੀਂ ਜਦੋਂ ਮੇਰੇ ਪਿਓ ਦੀਆਂ ਭੇਡਾਂ ਮੈਂ ਚਾਰ ਰਿਹਾ ਹੁੰਦਾ ਸੀ, ਜਦੋਂ ਕੋਈ ਭਾਲੂ ਆਉਂਦਾ ਸੀ, ਬੇਰ ਸ਼ੇਰ ਮੇਮਣੇ ਨੂੰ ਚੱਕ ਕੇ ਲੈ ਜਾਂਦਾ ਸੀਗਾ, ਤੇ ਮੈਂ ਜਾ ਕੇ ਉਹਦੇ ਮੂੰਹ ਚੋਂ ਉਹਨੂੰ ਕੱਢਦਾ ਹੁੰਦਾ ਸੀ ਤੇ ਉਹਦੇ ਬਾਲ ਫੜ ਕੇ ਘੁਮਾ ਕੇ ਉਹਨੂੰ ਜਾਨ ਤੋਂ ਮਾਰ ਦਿੰਦਾ ਹੁੰਦਾ ਸੀ। ਮਤਲਬ ਵੀ ਉਹ ਆਪਣੀਆਂ ਬਹਾਦਰੀਆਂ ਜਿਹੜੀਆਂ ਉਹਨੇ ਪਹਿਲਾਂ ਉਸ ਵੇਲੇ ਕੀਤੀਆਂ ਉਹ ਸਾਰੀਆਂ ਦੱਸਦਾ ਆ ਰਾਜੇ ਨੂੰ। ਮਤਲਬ ਕਿ ਉਹ ਲੜਾਈ 'ਚ ਹੁਣ ਆ ਕੇ ਲਲਕਾਰ ਰਿਹਾ ਹੈ, ਉਹ ਕਹਿ ਰਿਹਾ ਵੀ ਹਾਂ ਮੈਂ ਲੜੂੰਗਾ, ਕਿਉਂਕਿ ਤਾਂ ਨਹੀਂ ਵੀ ਹੁਣ ਉਹ ਰੈਡੀ ਹੋਊਗਾ, ਨੋ ਉਹ ਰੈਡੀ ਸੀ, ਉਹ ਪਹਿਲਾਂ ਤੋਂ ਰੈਡੀ ਆ। ਦੈਟਸ ਵਾਈ ਵੀ ਆਰ ਸੇਇੰਗ ਯੂ ਹੈਵ ਟੂ ਸਟੇ ਰੈਡੀ। ਉਹ ਸਾਰਾ ਕੁਝ ਜੋ ਆਪਾਂ ਰੋਜ਼ ਦੀ ਰੋਜ਼ ਆਪਣੀ ਜ਼ਿੰਦਗੀ ਦੇ ਵਿੱਚ ਕਰਦੇ ਆ, ਉਹ ਦਿਨ ਆਊਗਾ ਜਦੋਂ ਪਰਮੇਸ਼ਰ ਉਹ ਸਾਰਾ ਕੁਝ ਯੂਜ਼ ਕਰੂਗਾ ਤੇ ਆਪਾਂ ਉਸ ਵੇਲੇ ਤਿਆਰ ਹੋਣ ਨਹੀਂ ਲੱਗਣਾ। ਉਦੋਂ ਆਪਾਂ ਕਹਾਂਗੇ ਅਸੀਂ ਤਿਆਰ ਆ ਜੀ, ਅਸੀਂ ਤਿਆਰ ਆ ਪਰਮੇਸ਼ਵਰ, ਤੇਰਾ ਕੁਝ ਵੀ ਕਰਨ ਦੇ ਲਈ ਅਸੀਂ ਤਿਆਰ ਆ ਹੈ ਨਾ। ਸਿਰਫ ਆਪਣਾ ਧਿਆਨ ਪਰਮੇਸ਼ਵਰ ਤੇ ਲਾ ਕੇ ਰੱਖਣਾ ਆ, ਕਿਸੇ ਏਲੀਆਬ ਨੂੰ ਵਿੱਚ ਨਹੀਂ ਆਉਣ ਦੇਣਾ, ਕਿਉਂਕਿ ਉਹ ਸਿਰਫ ਇੱਕ ਡਿਸਟਰੈਕਸ਼ਨ ਆ, ਉਹ ਸਿਰਫ ਇੱਕ ਸ਼ੈਤਾਨ ਦਾ ਪਲਾਨ ਆ। ਹਾਲੇਲੂਇਆ। 17 ਦੇ 45 ਦੇ ਵਿੱਚ ਹੁਣ ਆਪਾਂ ਅੱਗੇ ਜਾਣੇ ਹੈਗੇ, ਆਪਣੇ ਕੋਲ ਟਾਈਮ ਵੀ ਥੋੜਾ ਹੈਗਾ, ਆਲਮੋਸਟ ਫਿਨਿਸ਼ ਕਰਦੇ ਹੈਗੇ ਆ। 17 ਦੇ 45 ਦੇ ਵਿੱਚ ਆਪਾਂ ਦੇਖਦੇ ਹੈਗੇ ਆ, लिखा, दाऊद ने फिलिस्ती गोलियत से कहा, तुम मेरे पास तलवार बर्छा और भाला चलाने आए हो, किंतु मैं तुम्हारे पास इस्राएल की सेना के परमेश्वर सर्वशक्तिमान यहोवा के नाम पर आया हूं।
तुमने उसके विरुद्ध बुरी बातें कही हैं, तुमने उसको ललकारा है। हालेलुया, प्रेज द लॉर्ड। ਇਹ ਆਪਣੀ ਸੋਚ ਨਹੀਂ, ਆਪਣੀ ਅੰਡਰਸਟੈਂਡਿੰਗ ਨਾਲ ਨਹੀਂ ਆਪਾਂ ਲੜਨਾ, ਆਪਣੀ ਬਹਾਦਰੀ ਨਾਲ ਨਹੀਂ ਆਪਣਾ ਲੜਨਾ। ਆਪਾਂ ਲੜਨਾ ਆ ਉਸ ਪਰਮੇਸ਼ਵਰ ਸਰਵ ਸ਼ਕਤੀਮਾਨ ਦੇ ਨਾਂ ਦੇ ਵਿੱਚ, ਜਿਸ ਨੇ ਆਪਾਂ ਨੂੰ ਬੁਲਾਇਆ, ਜਿਸ ਨੇ ਆਪਾਂ ਨੂੰ ਬਚਾਇਆ, ਜਿਸ ਨੇ ਆਪਾਂ ਨੂੰ ਆਪਣੇ ਖੂਨ ਦੇ ਨਾਲ ਖਰੀਦਿਆ, ਜਿਸ ਨੇ ਆਪਣੇ ਵਿੱਚ ਸਾਹ ਪਾਏ। ਉਸ ਦੇ ਨਾਂ ਦੇ ਵਿੱਚ ਆਪਾਂ ਖੜੇ ਹੋਣਾ ਆ ਯੁੱਧ ਦੇ ਮੈਦਾਨ ਦੇ ਵਿੱਚ। ਆਪਾਂ ਆਪਣੀ ਤਾਕਤ ਦੇ ਨਾਲ ਕੁਝ ਨਹੀਂ ਕਰ ਸਕਦੇ, ਆਪਣੀ ਸਮਝ, ਆਪਣੀ ਸੋਚ, ਆਪਣੀ ਨੌਲੇਜ, ਆਪਣੀ ਅੰਡਰਸਟੈਂਡਿੰਗ ਦੇ ਨਾਲ ਆਪਾਂ ਕੁਝ ਨਹੀਂ ਕਰ ਸਕਦੇ। ਜੇ ਪਰਮੇਸ਼ਵਰ ਆਪਣੇ ਨਾਲ ਨਹੀਂ ਗਾ ਖੜਾ, ਆਪਾਂ ਕੁਝ ਨਹੀਂ ਕਰ ਸਕਦੇ। ਪਰ ਖੁਸ਼ਖਬਰੀ ਕੀ ਆ ਕਿ ਉਹ ਆਪਣੇ ਨਾਲ ਖੜਾ ਆ। ਆਮੇਨ, ਹਾਲੇਲੂਇਆ। ਉਹ ਕਦੇ ਵੀ ਆਪਾਂ ਨੂੰ ਛੱਡੂਗਾ ਨਹੀਂ, ਆਪਾਂ ਨੂੰ ਤਿਆਗੂਗਾ ਨਹੀਂ। ਉਹ ਹਮੇਸ਼ਾ ਆਪਣੇ ਨਾਲ ਖੜਾ ਆ, ਆਪਣੇ ਅੱਗੇ ਅੱਗੇ ਚੱਲਦਾ ਆ, ਆਪਾਂ ਨੂੰ ਰਾਹ ਦਿਖਾਉਂਦਾ ਆ। ਜੋ ਆਪਾਂ ਕੁਝ ਕਰਨਾ ਆ ਉਹਦੇ ਨਾਂ ਦੇ ਵਿੱਚ ਕਰੀਏ ਤੇ ਪਰਮੇਸ਼ਵਰ ਆਪਾਂ ਨੂੰ ਸ਼ਕਤੀ ਦੇਵੇ। ਪਰ ਤਿਆਰ ਰਹੀਏ, ਹਮੇਸ਼ਾ ਯਾਦ ਰੱਖੀਏ ਕਿ ਆਪਾਂ ਬੁਲਾਏ ਗਏ ਆ ਤੇ ਆਪਾਂ ਅਨੋਇੰਟ ਕੀਤੇ ਗਏ ਆ। ਉਸ ਤੋਂ ਬਾਅਦ ਜਦੋਂ ਦਾਊਦ ਉਸ ਦੇ ਨਾਲ ਲੜਨ ਨੂੰ ਜਾਂਦਾ ਆ, ਉਹ ਹਜੇ ਆਪਣੀ ਗੋਲੀਅਥ ਜਿਹੜਾ ਗੋਲਾਇਥ ਉਹ ਅੱਗੇ ਆ ਰਿਹਾ ਹੁੰਦਾ ਹੈ ਤੇ ਦਾਊਦ ਤਾਂ ਇੱਕਦਮ ਭੱਜ ਕੇ ਜਾਂਦਾ ਵੀ ਇਹਨੂੰ ਕਾਹਲੀ ਪਈ ਹੁੰਦੀ ਆ ਵੀ ਬਸ ਮੈਂ ਲੜ ਲਵਾਂ। ਉਹ ਸ਼ੈਤਾਨ ਤੋਂ ਡਰਦਾ ਨਹੀਂ, ਉਹ ਸ਼ੈਤਾਨ ਵੱਲ ਨੂੰ ਭੱਜਦਾ ਆ। ਸਗੋਂ ਸ਼ੈਤਾਨ ਨੂੰ ਪਤਾ ਤਾਂ ਲੱਗੇ ਅਸੀਂ ਕੌਣ ਆ, ਅਸੀਂ ਪਰਮੇਸ਼ਵਰ ਦੇ ਸਰਵ ਸ਼ਕਤੀਮਾਨ ਦੇ ਬੱਚੇ ਆ, ਹੈ ਨਾ। ਅਸੀਂ ਪਿੱਛੇ ਨੂੰ ਨਹੀਂ ਕਦਮ ਚੱਕਣਾ, ਅਸੀਂ ਮੂਹਰ ਨੂੰ ਕਦਮ ਚੱਕਣਾ। ਮੂਹਰਲਾ ਬੰਦਾ ਸਾਨੂੰ ਭੱਜਦੇ ਆਉਂਦੇ ਦੇਖ ਕੇ ਹੀ ਡਰ ਜਾਵੇ ਵੀ ਵਾਓ what confidence, what boldness this person has, ਕਿ ਕਿੰਨਾ ਦਲੇਰ ਪਰਮੇਸ਼ਵਰ ਦਾ ਇਹ ਬੰਦਾ ਆ, ਕਿੰਨਾ ਤਕੜਾ ਪਰਮੇਸ਼ਵਰ ਦਾ ਇਹ ਬੰਦਾ ਆ, ਕਿੰਨਾ ਕੌਨਫੀਡੈਂਟ ਪਰਮੇਸ਼ਵਰ ਦਾ ਇਹ ਬੰਦਾ ਆ। ਆਮੇਨ। ਤੇ ਉਹ ਜਿਹੜਾ ਦਾਊਦ ਹੁੰਦਾ ਆ, ਉਹ ਆਪਣੀ ਗੁਲੇਲ ਲੈਂਦਾ ਆ, ਆਪਣਾ ਭਾਲਾ ਡੰਡਾ ਚੱਕਦਾ ਆ ਤੇ ਉਸ ਤੋਂ ਬਾਅਦ 5 ਉਥੋਂ ਨਾਲੀ ਚੋਂ ਪੱਥਰ ਛੋਟੇ ਛੋਟੇ ਇਕੱਠੇ ਕਰਦਾ ਆ, ਆਪਦੀ ਝੋਲੇ ਚ ਪਾਉਂਦਾ ਆ ਤੇ ਭੱਜ ਲੈਂਦਾ ਆ ਉਹਦੇ ਆਲੂ ਲੜਨ ਨੂੰ। ਉਹ ਜਿੱਦਾਂ ਕਹਿ ਲਓ ਵੀ ਕਾਹਲ ਹੁੰਦੀ ਆ ਉਹਨੂੰ ਵੀ ਮੈਂ ਬਸ ਲੜ ਕੇ ਖਤਮ ਕਰਾਂ ਇਸ ਸਾਰੀ ਗੱਲ ਨੂੰ, ਹੈ ਨਾ। ਤੇ ਜਦੋਂ ਉਹ ਕਰਦਾ ਆ ਤੇ ਉਹ ਗੁਲੇਲ ਦੇ ਨਾਲ ਜਦੋਂ ਪੱਥਰ ਉਹ ਮਾਰਦਾ ਆ, ਉਹ 9 ਫੁੱਟ ਗੋਲੀਅਥ ਜਿਹੜਾ ਗੋਲਾਇਥ ਉੱਤੇ ਖੜਾ ਆ, 9 ਫੁੱਟ ਦਾ ਬੰਦਾ ਸਿੱਧਾ ਜਾ ਕੇ ਉਹਦੇ ਮੱਥੇ ਤੇ ਉਹਦੀ ਅੱਖਾਂ ਦੇ ਵਿਚਾਲੇ ਉਹ ਪੱਥਰ ਵੱਜਦਾ ਆ ਤੇ ਉਹ ਅੰਦਰ ਨੂੰ ਧੱਸ ਜਾਂਦਾ ਆ ਪੱਥਰ। ਤੇ ਉਦੋਂ ਹੀ ਉਹ ਜਿਹੜਾ ਗੋਲੀਅਥ, ਉਹ ਜਾਇੰਟ ਜਿਹੜਾ ਹੈਗਾ ਆ, ਉਹ ਮੂੰਹ ਪਰਨੇ ਜ਼ਮੀਨ ਤੇ ਡਿੱਗ ਪੈਂਦਾ ਆ ਉਦੋਂ ਹੀ, ਹੈ ਨਾ। ਆਪਾਂ ਹਿੰਮਤ ਤਾਂ ਕਰੀਏ, ਆਪਾਂ ਸ਼ੈਤਾਨ ਆਪਣਾ ਕੁਝ ਨਹੀਂ ਵਿਗਾੜ ਸਕਦਾ। ਆਪਾਂ ਸ਼ੈਤਾਨ ਨੂੰ ਆਪਣੇ ਬੱਚਿਆਂ ਦੀ ਜ਼ਿੰਦਗੀ ਚੋਂ ਖਤਮ ਕਰ ਸਕਦੇ ਹਾਂ, ਕੈਂਸਲ ਕਰ ਸਕਦੇ ਹਾਂ, ਆਪਣੀਆਂ ਪਰਿਵਾਰ ਦੀਆਂ ਜ਼ਿੰਦਗੀਆਂ ਚੋਂ, ਆਪਣੀਆਂ ਐਡਿਕਸ਼ਨਾਂ, ਆਪਣੇ ਪਾਪ, ਆਪਣੀ ਜਿਹੜੀ ਆਪਣੀਆਂ ਕੀ ਕਹਿੰਦੇ ਨੇ ਜੋ ਵੀ ਰਾਹ ਦੇ ਵਿੱਚ ਆ ਰਹੀਆਂ ਨੇ ਚੀਜ਼ਾਂ, ਆਪਾਂ ਉਹਨਾਂ ਨੂੰ ਖਤਮ ਕਰ ਸਕਦੇ ਹਾਂ। ਪਰ ਆਪਾਂ ਤਿਆਰ ਰਹੀਏ, ਆਪਾਂ ਇਹ ਚੀਜ਼ਾਂ ਦੇ ਨਾਲ ਜਿਹੜੀ ਆਪਣਾ ਮਸਾ ਅਨੋਇੰਟਿੰਗ ਪਰਮੇਸ਼ਵਰ ਦੀ ਦਿੱਤੀ ਹੋਈ ਆ, ਹੈ ਨਾ, ਜਾਂ ਕਾਲਿੰਗ ਆ, ਉਹਦੇ 'ਚ ਆਪਾਂ ਡਗਮਗਾਈਏ ਨਾ, ਕਿਉਂਕਿ ਪਰਮੇਸ਼ਵਰ ਨੇ ਬਹੁਤ ਵੱਡੇ ਵੱਡੇ ਕੰਮ ਲੈਣੇ ਨੇ ਆਪਾਂ ਤੋਂ, ਹੈ ਨਾ। ਉਹ ਜੋ ਬਿਗਨਿੰਗ ਦੇ ਵਿੱਚ ਮੈਂ ਦੱਸਿਆ, ਉਹ ਇਵੈਂਜਲਿਸਟ, ਉਹ ਕੋਈ ਇਵੈਂਜਲਿਸਟ ਕੋਈ ਖਾਸ ਚੁਣਿਆ ਹੋਇਆ ਇਨਸਾਨ ਨਹੀਂ ਸੀਗਾ ਪਰਮੇਸ਼ਵਰ ਦਾ। ਉਹਨੇ ਪ੍ਰਾਈਸ ਪੇ ਕੀਤੀ। ਪ੍ਰਾਈਸ ਕੀ ਪੇ ਕਰਨੀ ਹੈ? ਪ੍ਰਾਈਸ ਇਹ ਪੇ ਕਰਨੀ ਆ ਕਿ ਆਪਾਂ ਏਲੀਆਬ ਦੇ ਨਾਲ ਨਹੀਂ ਲੜਨਾ, ਆਪਾਂ ਸ਼ੈਤਾਨ ਦੇ ਨਾਲ ਲੜ ਰਹੇ ਆ, ਹੈ ਨਾ। ਤੇ ਸ਼ੈਤਾਨ ਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਆ ਕਿ ਇਹ ਬੰਦਾ ਤਾਂ ਸਿੱਧਾ ਮੇਰੇ ਤੇ ਹਮਲਾ ਕਰਦਾ, ਇਹ ਬੰਦਾ ਤਾਂ ਸਿੱਧਾ ਮੇਰੇ ਨਾਲ ਲੜਦਾ, ਕਿ ਸ਼ੈਤਾਨ ਦੀ ਹਿੰਮਤ ਵੀ ਨਾ ਹੋਵੇ ਕਿਸੇ ਏਲੀਆਬ ਨੂੰ ਵਿੱਚ ਲਿਆਉਣ ਦੀ, ਹੈ ਨਾ। ਇਹ ਚੀਜ਼ ਇਹ ਆਪਣੇ ਹੱਥ 'ਚ ਆ, ਆਪਣੇ ਹੱਥ 'ਚ ਆ। ਪਰਮੇਸ਼ਵਰ ਨੇ ਇਹ ਮਰਜ਼ੀ ਆਪਾਂ ਨੂੰ ਦਿੱਤੀ ਆ, ਆਪ ਨੂੰ ਸਮਝ ਦਿੱਤੀ ਆ ਪਰਮੇਸ਼ਵਰ ਨੇ ਕਿ ਆਪਾਂ ਕਿੱਦਾਂ ਏਲੀਆਬ ਦੇ ਨਾਲ ਨਹੀਂ ਬਲਕਿ ਗੋਲੀਅਥ ਦੇ ਨਾਲ, ਸ਼ੈਤਾਨ ਦੇ ਨਾਲ ਆਪਣੀ ਸਿੱਧੀ ਲੜਾਈ ਆ। ਆਮੇਨ, ਹਾਲੇਲੂਇਆ। ਤੇ ਇਹ ਜਦੋਂ ਉਹ ਡਿੱਗ ਪਿਆ ਮੂੰਹ ਪਰ ਨੇ, ਮੈਂ ਸੋਚਦੀ ਆ, ਆਈ ਡੋਂਟ ਨੋ, ਮੈਂ ਸੋਚਦੀ ਆ ਕਿ ਸ਼ਾਇਦ ਦਾਊਦ ਨੂੰ ਉਦੋਂ ਲੱਗਿਆ ਹੋਵੇ ਵੀ ਇਹ ਡਿੱਗ ਪਿਆ ਮੂੰਹ ਪਰ ਨੇ, ਪਰ ਪਤਾ ਨਹੀਂਗਾ ਵੀ ਹਜੇ ਪੂਰੀ ਤਰ੍ਹਾਂ ਮਰ ਗਿਆ ਕਿ ਨਹੀਂ। ਈਵਨ ਦੋ ਵਚਨ ਕਹਿੰਦਾ ਆ ਵੀ ਉਹ ਮੂੰਹ ਪਰ ਨੇ ਡਿੱਗ ਪਿਆ ਤੇ ਮਰ ਗਿਆ, ਹੈ ਨਾ। ਮੈਂ ਸੋਚਦੀ ਆ ਵੀ ਸ਼ਾਇਦ ਦਾਊਦ ਨੇ ਸੋਚਿਆ ਹੋਵੇ ਵੀ ਇਹ ਨਾ ਹੋਵੇ ਵੀ ਉਹ ਫੇਰ ਉੱਠ ਖੜਾ ਹੋਵੇ ਵੀ ਹਜੇ ਤਾਂ ਮੈਂ ਪੱਥਰ ਹੀ ਮਾਰਿਆ ਵਾ, ਹੈ ਨਾ। ਤੇ ਦਾਊਦ ਦੇ ਕੋਲੇ ਕੋਈ ਤਲਵਾਰ ਨਹੀਂ ਸੀਗੀ। ਦਾਊਦ ਭੱਜ ਕੇ ਜਾ ਕੇ ਉਹਦੇ ਉੱਤੇ ਚੜਦਾ ਆ, ਉਹਦੇ ਮਿਆਨ ਚੋਂ ਉਹਦੀ ਹੋਈ ਆਪਦੀ ਤਲਵਾਰ ਖਿੱਚਦਾ ਆ ਤੇ ਉਹਦਾ ਸਿਰ ਧੜ ਤੋਂ ਅਲੱਗ ਕਰ ਦਿੰਦਾ ਆ, ਉਹਦਾ ਸਿਰ ਕੱਟ ਦਿੰਦਾ ਆ। ਇਹ ਚੀਜ਼ ਆਪਾਂ ਵੀ ਕਰਨੀ ਆ, ਹੈ ਨਾ।
ਆਪਾਂ ਕਈ ਵਾਰੀ ਆਪਣੀ ਜਿਹੜੀ ਕਮਜ਼ੋਰੀ ਆ, ਆਪਣੀ ਵੀਕਨੈਸ ਆ, ਜਿਹੜੀ ਆਪਣਾ ਜਿਹੜਾ ਪਾਪ ਆ, ਆਪਣੀ ਜਿਹੜੀ ਐਡਿਕਸ਼ਨ ਆ, ਆਪਾਂ ਉਹਦੇ ਤੋਂ ਘਟ ਜਾਂਦੇ ਆ, ਆਪਾਂ ਝੜਕ ਦਿੰਦੇ ਆ ਉਹਨੂੰ, ਆਪਣੀ ਜ਼ਿੰਦਗੀ ਚੋਂ ਕੱਢ ਦਿੰਦੇ ਆ। ਪਰ ਉਹ ਥੋੜੇ ਚਿਰ ਬਾਅਦ ਫੇਰ ਮੁੜ ਕੇ ਆ ਜਾਂਦੀ ਆ। ਕਿਉਂਕਿ ਆਪਾਂ ਸੋਚਿਆ ਵੀ ਉਹ ਖਤਮ ਹੋ ਗਈ ਆ, ਚਲੀ ਗਈ ਆ, ਖਤਮ। ਆਪਾਂ ਉਹਨੂੰ ਧੜ ਤੋਂ ਅੱਡ ਨਹੀਂ ਕੀਤਾ, ਆਪਾਂ ਉਹਦਾ ਸਿਰ ਧੜ ਤੋਂ ਅੱਡ ਨਹੀਂ ਕੀਤਾ। ਜ਼ਰੂਰੀ ਆ ਕਿ ਆਪਾਂ ਇਦਾਂ ਦੇ ਕਦਮ ਚੱਕੀਏ ਕਿ ਆਪਾਂ ਆਪਣੀ ਜਿਹੜੀ ਕਮਜ਼ੋਰੀ ਆ ਉਹਨੂੰ ਧੜ ਤੋਂ ਅੱਡ ਕਰੀਏ, ਆਪਾਂ ਉਹਨੂੰ ਖਤਮ ਕਰ ਦਈਏ, ਡਿਸਟਰੋਏ ਕਰ ਦਈਏ, ਕਿ ਪੂਰੀ ਜ਼ਿੰਦਗੀ ਦੇ ਵਿੱਚ ਜਦ ਥਾਈ ਆਪਾਂ ਇਸ ਦੁਨੀਆ ਦੇ ਵਿੱਚ ਜਿਉਂਦੇ ਆ, ਉਹ ਜਿਹੜੀ ਵੀਕਨੈਸ ਆ, ਉਹ ਜਿਹੜਾ ਪਾਪ ਆ, ਜੈਲਸੀ ਆ, ਉਹ ਜਿਹੜਾ ਗੁੱਸਾ ਆ, ਉਹ ਜਿਹੜੀ ਜਿੱਦਾਂ ਕਹ ਲਓ ਜੋ ਵੀ ਕੋਈ ਚੀਜ਼ ਦੇ ਵਿੱਚ ਆਪਾਂ ਫਸੇ ਹੋਏ ਆ, ਉਹ ਮੁੜ ਕੇ ਨਾ ਆਵੇ। ਤੇ ਸ਼ੈਤਾਨ ਨੂੰ ਵੀ ਇਹ ਸਮਝ ਆ ਜਾਵੇ ਚੰਗੀ ਤਰ੍ਹਾਂ ਕਿ ਇਸ ਬੰਦੇ ਦੇ ਮੂਹਰੇ ਮੈਂ ਖੜਾ ਨਹੀਂ ਹੋ ਸਕਦਾ। ਭਾਵੇਂ ਆਪਾਂ ਨੂੰ ਪਤਾ ਆ ਕਿ ਆਪਾਂ ਰੋਜ਼ ਦੀ ਰੋਜ਼ ਉੱਠਣਾ ਆ, ਰੋਜ਼ ਦੀ ਰੋਜ਼ ਮਾਫੀ ਮੰਗਣੀ ਆ ਪਰਮੇਸ਼ਰ ਤੋਂ ਵੀ ਜੇ ਕੁਝ ਗਲਤ ਸੋਚਿਆ ਵੀ ਗਿਆ ਹੋਵੇ, ਤੇ ਪਰਮੇਸ਼ਰ ਦੇ ਫਿਰ ਕਹਿਣਾ ਹੈ ਵੀ ਪਰਮੇਸ਼ਰ ਮੈਂ ਖੜਾ ਆ, ਮੈਂ ਤਿਆਰ ਆ, ਮੈਂ ਬਿਲਕੁਲ ਸਾਰਾ ਕੁਝ ਰੈਡੀ ਆ, ਤੇ ਮੈਂ ਸ਼ੈਤਾਨ ਦੇ ਖਿਲਾਫ ਲੜਨ ਦੇ ਲਈ ਖੜਾ ਆ, ਇਲਿਆਬ ਦੇ ਖਿਲਾਫ ਨਹੀਂ। ਜਦੋਂ ਹੀ ਕੋਈ ਇਲਿਆਬ ਤੁਹਾਡੇ ਮੂਹਰੇ ਆਉਂਦਾ ਆ ਨਾ, ਉਦੋਂ ਹੀ ਤੁਸੀਂ ਸਮਝ ਲਿਓ ਕਿ ਇਹ ਸ਼ੈਤਾਨ ਦੀ ਪਲਾਨ ਆ। ਮੈਂ ਇਲਿਆਬ ਦੇ ਨਾਲ ਨਹੀਂ, ਬਲਕਿ ਮੈਂ ਸ਼ੈਤਾਨ ਦੇ ਨਾਲ ਲੜਨ ਦੇ ਲਈ ਬੁਲਾਇਆ ਗਿਆ ਆ, ਅਨੋਇੰਟ ਕੀਤਾ ਗਿਆ ਆ। ਮੈਂ ਪਰਮੇਸ਼ਵਰ ਨੇ ਮੈਨੂੰ ਅਨੋਇੰਟ ਕੀਤਾ ਆ। ਹਾਲੇਲੂਇਆ। ਪਰਮੇਸ਼ਵਰ ਦਾ ਹੀ ਧੰਨਵਾਦ ਕਰਦੇ ਆ ਅੱਜ ਦੇ ਇਸ ਦਿਨ ਦੇ ਲਈ ਤੇ ਇਸ ਵਚਨ ਦੇ ਲਈ, ਕਿਉਂਕਿ ਜਦੋਂ ਵਚਨ ਤਿਆਰ ਕਰਦੇ ਆ ਉਦੋਂ ਪਰਮੇਸ਼ਰ ਇੰਨੀ ਆਪਣੇ ਨਾਲ ਗੱਲਬਾਤ ਕਰਦਾ ਆ। ਜਦੋਂ ਪਰਮੇਸ਼ਰ ਦਾ ਵਚਨ ਸੁਣਦੇ ਆ, ਜਦੋਂ ਹੁਣ ਆਪਣੇ ਕੰਨਾਂ 'ਚ ਇਹ ਗੱਲਾਂ ਜਾ ਰਹੀਆਂ, ਪਰਮੇਸ਼ਰ ਦਾ ਵਚਨ ਜਿਉਂਦਾ ਜਾਗਦਾ ਵਚਨ ਆ, ਦੋ ਧਾਰੀ ਤਲਵਾਰ ਆ। ਇਹ ਹੋ ਸਕਦਾ ਆ ਕਿ ਪਰਮੇਸ਼ਰ ਦਾ ਰੂਹ ਤੁਹਾਨੂੰ ਰਿਵੀਲ ਕਰ ਰਿਹਾ ਹੋਵੇ ਇਸ ਵੇਲੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੌਣ ਇਲਿਆਬ ਆ, ਤੁਹਾਡੀ ਜ਼ਿੰਦਗੀ, ਤੁਹਾਡੇ ਪਰਿਵਾਰ 'ਚ, ਤੁਹਾਡੇ ਘਰ ਦੇ ਵਿੱਚ, ਜਾਂ ਤੁਹਾਡੇ ਰਿਸ਼ਤੇਦਾਰਾਂ 'ਚ, ਜਾਂ ਤੁਹਾਡੇ ਦੋਸਤ ਮਿੱਤਰਾਂ 'ਚ, ਕੰਮ 'ਚ ਕੌਣ ਡਿਸਟਰੈਕਸ਼ਨ ਬਣਿਆ, ਡਿਸਟਰੈਕਟ ਕਰ ਰਿਹਾ ਆ ਤੁਹਾਨੂੰ ਇਸ ਵੇਲੇ, ਕਿ ਤੁਹਾਡਾ ਧਿਆਨ ਪਰਮੇਸ਼ਵਰ ਦੇ ਕੰਮਾਂ ਤੋਂ ਹਟ ਕੇ ਦੂਜੀਆਂ ਚੀਜ਼ਾਂ ਵੱਲ ਲੱਗ ਗਿਆ, ਦੂਜੇ ਦੇ ਨਾਲ ਲੜਾਈਆਂ ਕਰਨ 'ਚ ਲੱਗਿਆ ਹੋਇਆ ਵਾ। ਅੱਜ ਆਪਾਂ ਤਿਆਰ ਹੋਈਏ, ਕਹੀਏ ਆਪਾਂ ਕਮਰ ਕੱਸੀਏ ਸ਼ੈਤਾਨ ਦੇ ਨਾਲ ਲੜਾਈ ਕਰਨ ਨੂੰ। ਮੈਨ ਆਪਾਂ ਜਿੱਥੇ ਵੀ ਬੈਠੇ ਆ ਉੱਥੇ ਆਪਾਂ ਹੱਥ ਉੱਤੇ ਨੂੰ ਚੱਕਦੇ ਆ, ਦੁਆ ਕਰਦੇ ਆ, ਲਲਕਾਰਦੇ ਆ ਆਪਾਂ ਸ਼ੈਤਾਨ ਨੂੰ, ਆਪਾਂ ਚੈਲੰਜ ਕਰਦੇ ਆ ਕਿ ਅਸੀਂ ਪਰਮੇਸ਼ਵਰ ਦੇ ਬੱਚੇ ਆ। ਮੈਨ ਹਾਲੇਲੂਇਆ। ਕਿ ਸਾਡੇ ਮੂਹਰੇ ਉਹ ਕੁਝ ਨਹੀਂ ਕਰ ਸਕਦਾ। ਪਰਮੇਸ਼ਰ ਦਾ ਲਹੂ, ਤਾਕਤਵਰ ਲਹੂ ਦੇ ਥੱਲੇ ਅਸੀਂ ਕਵਰ ਕੀਤੇ ਗਏ ਹੋਏ ਆ। ਹਾਲੇਲੂਇਆ, ਹਾਲੇਲੂਇਆ। ਆਪਣੇ ਨਾਲ ਦੇ ਨੂੰ ਹੱਥ ਫੜ ਲਓ ਇੱਕ ਦੂਜੇ ਦੇ ਨਾਲ, ਜੇ ਤੁਸੀਂ ਕੋਈ ਹੋਰ ਬੈਠੇ ਹੋ, ਇਕੱਠੇ ਮਿਲ ਕੇ ਪਰਿਵਾਰਾਂ ਦੇ ਪਰਿਵਾਰ ਨੇ ਜਿਹੜੇ, ਉਹ ਆਪਾਂ ਫਤਿਹ ਪਾਵਾਂਗੇ, ਵਿਕਟਰੀ ਆਪਣੀ ਹੋਊਗੀ ਪਰਮੇਸ਼ਵਰ ਦੇ ਨਾਮ ਦੇ ਵਿੱਚ। ਹਾਲੇਲੂਇਆ, ਹਾਲੇਲੂਇਆ। ਪਿਤਾ ਪਰਮੇਸ਼ਵਰ, ਅੱਜ ਦਾ ਦਿਨ ਪਿਤਾ ਪਰਮੇਸ਼ਵਰ, ਇਹ ਜਿਹੜਾ ਵਚਨ ਆ, ਜਿਹੜਾ ਸਾਰਿਆਂ ਦੇ ਕੰਨਾਂ ਦੇ ਵਿੱਚ, ਦਿਲਾਂ ਦੇ ਵਿੱਚ ਗਿਆ ਆ, ਪਿਤਾ ਪਰਮੇਸ਼ਵਰ, ਅੱਜ ਮੈਂ ਦੁਆ ਕਰਦੀ ਆ ਕਿ ਤੂੰ ਤਿਆਰ ਕਰ ਇੱਕ ਇੱਕ ਭੈਣ ਭਰਾ ਨੂੰ ਪਿਤਾ ਪਰਮੇਸ਼ਵਰ। ਟੈਸਟਮਨੀਆਂ ਖੜੀਆਂ ਹੋਣ ਅੱਜ ਦੇ ਵਚਨ ਦੇ ਬਾਅਦ ਪਿਤਾ ਪਰਮੇਸ਼ਵਰ, ਦੂਰ ਦੂਰ ਤੱਕ, ਦੁਨੀਆ ਦੇ ਅੰਤ ਤੱਕ ਵੀ ਜੋ ਕੋਈ ਇਸ ਵਚਨ ਨੂੰ ਸੁਣ ਰਿਹਾ ਆ ਪਿਤਾ ਪਰਮੇਸ਼ਵਰ, ਟੈਸਟਮਨੀਆਂ ਖੜੀਆਂ ਹੋਣ ਪਿਤਾ ਪਰਮੇਸ਼ਵਰ, ਕਿ ਉਹ ਡਿਸਟਰੈਕਟ ਨਾ ਹੋਣ ਲੋਕ, ਕਿ ਅਸੀਂ ਡਿਸਟਰੈਕਟ ਨਾ ਹੋਈਏ ਦੂਜੀਆਂ ਚੀਜ਼ਾਂ ਦੇ ਵਿੱਚ। ਸਾਡੀ ਮਦਦ ਕਰ ਪਿਤਾ ਪਰਮੇਸ਼ਵਰ ਕਿ ਅਸੀਂ ਸਿੱਧਾ ਸ਼ੈਤਾਨ ਦੇ ਨਾਲ ਲੜ ਸਕੀਏ ਤੇ ਉਹਨੂੰ ਢੇਰੀ ਕਰ ਸਕੀਏ। ਰੋਜ਼ ਦੀ ਰੋਜ਼ ਪਿਤਾ ਪਰਮੇਸ਼ਵਰ ਸਾਨੂੰ ਤਿਆਰ ਕਰ ਕਿ ਰੋਜ਼ ਦੀ ਰੋਜ਼ ਅਸੀਂ ਇੱਕ ਪੌੜੀ ਉੱਤੇ ਚੜ ਸਕੀਏ ਪਿਤਾ ਪਰਮੇਸ਼ਵਰ, ਕਿ ਤੇਰਾ ਮਸਾ, ਤੇਰਾ ਜਲਾਲ ਸਾਡੀਆਂ ਜ਼ਿੰਦਗੀਆਂ ਦੇ ਵਿੱਚ, ਸਾਡੇ ਪਰਿਵਾਰਾਂ ਦੇ ਵਿੱਚ, ਸਾਡੇ ਬੋਲਣ ਦੇ ਵਿੱਚ, ਸਾਡੇ ਦੇਖਣ ਸੁਣਨ ਕੰਮਕਾਜ ਕਰਨ ਦੇ ਵਿੱਚ ਨਜ਼ਰ ਆਵੇ ਪਿਤਾ ਪਰਮੇਸ਼ਵਰ। ਤੇਰਾ ਹੀ ਧੰਨਵਾਦ ਕਰਦੇ ਆ। ਸਾਰੀ ਮਹਿਮਾ, ਸਾਰੀ ਗਲੋਰੀ ਅਸੀਂ ਤੈਨੂੰ ਹੀ ਦਿੰਨੇ ਆ ਪਰਮੇਸ਼ਵਰ, ਜ਼ਮੀਨ ਅਸਮਾਨ ਨੂੰ ਬਣਾਉਣ ਵਾਲੇ ਪਿਤਾ ਪਰਮੇਸ਼ਵਰ। ਤੇਰਾ ਹੀ ਧੰਨਵਾਦ ਪਿਤਾ ਪਰਮੇਸ਼ਵਰ, ਤੇਰਾ ਹੀ ਧੰਨਵਾਦ, ਤੇਰੀ ਗ੍ਰੇਸ, ਤੇਰੀ ਮਰਸੀ ਦਾ ਧੰਨਵਾਦ ਪਿਤਾ ਪਰਮੇਸ਼ਵਰ। ਸਾਰੀ ਮਹਿਮਾ, ਸਾਰੀ ਗਲੋਰੀ ਅਸੀਂ ਅੱਜ ਤੈਨੂੰ ਹੀ ਦਿੰਨੇ ਆ ਪਿਤਾ ਪਰਮੇਸ਼ਵਰ। ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੰਗਦੇ ਆ। ਆਮੀਨ, ਆਮੀਨ, ਆਮੀਨ। ਪਰਮੇਸ਼ਵਰ ਦਾ ਧੰਨਵਾਦ ਕਰਦੇ ਆ। ਖੜੇ ਰਹੀਏ, ਤਿਆਰ ਰਹੀਏ, ਕਿਉਂਕਿ ਆਪਾਂ ਬੁਲਾਏ ਗਏ ਆ ਤੇ ਅਨੋਇੰਟ ਕੀਤੇ ਗਏ ਆ, ਮਸਾ ਕੀਤੇ ਗਏ ਆ। ਆਮੇਨ, ਹਾਲੇਲੂਇਆ। ਗॉड ਬlesਸ ਯੂ ਸਾਰਿਆਂ ਨੂੰ। ਆਮੇਨ।